फिर मिलना कोई गल करो। सूप पीना फिर? क्यों मैं सुबह मेरे हाथ का सूप नहीं पीना? कॉफी कदों पीनी फिर? कदों पियोगे? ठहर के कदों? करो फिर मिलना कोई गल करो। सूप पीना फिर? क्यों मैं सुबह मेरे हाथ का सूप नहीं पीना? कॉफी कदों पीनी फिर? कदों पियोगे? ठहर के कदों? ਤੇ ਫਿਰ ਜਦੋਂ ਬਿਮਾਰ ਹੁੰਦੇ ਨੇ ਉਹਦੇ ਸੁਣਨ ਵਿੱਚ ਆਇਆ, ਮੈਂ ਦੀਦੀ ਨਾਲ ਗੱਲ ਕੀਤੀ ਤੇ ਮੈਂ ਕਹਿੰਦੀ ਭਾਜੀ ਨਹੀਂ ਤੁਹਾਡੇ ਠੀਕ ਹੈਗੇ ਤੇ ਵੀ ਉਹਨਾਂ ਨੂੰ ਜਿੱਦਾਂ ਛਾਤੀ ਜੀ ਰੁਕ ਗਈ ਉਹਨਾਂ ਦੀ। ਤੇ ਮੈਂ ਕਿਹਾ ਅੱਛਾ ਚਲੋ, ਫਿਰ ਉਹ ਲੈ ਕੇ ਗਏ ਨੇ ਤੇ ਫਿਰ ਫੋਨ ਤੇ ਮੈਂ ਗੱਲ ਕੀਤੀ, ਕਹਿੰਦੇ ਵੀ ਡਾਕਟਰਾਂ ਨੇ ਦਵਾਈ ਦੇ ਕੇ ਸਾਨੂੰ ਵਾਪਸ ਭੇਜਤੀ। ਉਹਨਾਂ ਦੀ ਸਹੀ ਬਿਮਾਰੀ ਨੂੰ ਨਹੀਂ ਸਮਝਿਆ ਗਿਆ। ਪੋਜ਼ੀਟਿਵ ਆਈ ਆ, ਚਲੋ ਮੈਂ ਇਹ ਕਹਿੰਦਾ ਪੋਜ਼ੀਟਿਵ ਆਈ ਆ ਜੇ ਉਹ ਪ੍ਰਸ਼ਾਸਨ ਕਹਿ ਰਿਹਾ, ਤੇ ਪਰ ਉਸ ਚੀਜ਼ ਦਾ ਇਲਾਜ ਤਾਂ ਹੈ। ਤੇ ਇਹ ਬਸ ਮਨ ਵਿੱਚ ਸ਼ੰਕਾ ਵਾ ਕਿ ਵੀ ਪ੍ਰਸ਼ਾਸਨ ਨੇ ਜੇ ਪੋਜ਼ੀਟਿਵ ਆ ਵੀ ਗਿਆ ਤੇ ਪ੍ਰਸ਼ਾਸਨ ਨੇ ਜਾਂ ਡਾਕਟਰ ਨੇ ਉਹਨਾਂ ਦੀ ਕੇਅਰ ਕਿਉਂ ਨਹੀਂ ਕੀਤੀ। ਤੇ ਉਸ ਤੋਂ ਵੱਡਾ ਇਹ ਦੁੱਖ ਹੈ ਕਿ ਵੀ ਐਡੀ ਵੱਡੀ ਸ਼ਖਸੀਅਤ ਨੂੰ, ਐਡੀ ਵੱਡੀ ਸਰੀਰ ਨੂੰ ਜਿਵੇਂ ਰੋਲਿਆ, ਤੇ ਕੋਈ ਵੀ ਅੱਜ ਤੱਕ ਦੁਨੀਆ ਵਿੱਚ ਮੇਰੇ ਖਿਆਲ ਵਿੱਚ ਨਹੀਂ ਹੋਇਆ ਹੋਏਗਾ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਤੇ ਦੋਸਤੋ, ਪਿਛਲੇ ਦਿਨੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਸਰਦਾਰ ਨਿਰਮਲ ਸਿੰਘ ਜੀ ਅਕਾਲ ਚਲਾਣਾ ਕਰ ਗਏ। ਕਿਹਾ ਜਾਂਦਾ ਕਿ ਉਹਨਾਂ ਨੂੰ ਕਰੋਨਾ ਵਾਇਰਸ ਦੀ ਬਿਮਾਰੀ ਹੋ ਗਈ ਸੀ, ਜਿਹਦੇ ਕਰਕੇ ਕਿ ਉਹਨਾਂ ਦਾ ਜਿਹੜਾ ਸਰੀਰ ਆ ਸਾਡੇ ਤੋਂ ਸਦਾ ਲਈ ਸਦੀਵੀ ਵਿਛੋੜਾ ਦੇ ਗਿਆ। ਬੜੀ ਇੱਕ ਦੁਖਦਾਈ ਘਟਨਾ ਸੀ। ਉਸ ਤੋਂ ਬਾਅਦ ਕਾਫੀ ਸ਼੍ਰੀ ਨਿਰਮਲ ਸਿੰਘ ਜੀ ਉਹਨਾਂ ਦੇ ਬਾਰੇ ਲੋਕਾਂ ਨੇ ਜਾਣਿਆ। ਉਹਨਾਂ ਲੋਕਾਂ ਨੇ ਵੀ ਜਾਣਿਆ ਜਿਨ੍ਹਾਂ ਦਾ ਕੋਈ ਬਾਹ ਵਾਸਤਾ ਕੀਰਤਨ ਦੇ ਨਾਲ ਵੀ ਨਹੀਂ ਸੀ ਜਾਂ ਰਾਗੀ ਸਿੰਘਾਂ ਦੇ ਨਾਲ ਵੀ ਨਹੀਂ ਸੀ। ਇੱਕ ਤਰ੍ਹਾਂ ਦੇ ਨਾਲ ਇੱਕ ਵਾਰੀ ਫਿਰ ਇਹ ਜ਼ਿਕਰ ਚੱਲਿਆ ਕਿ ਰਾਗੀ ਸਿੰਘਾਂ ਦੀ ਰਿਸਪੈਕਟ ਕਿੰਨੀ ਜ਼ਰੂਰੀ ਆ ਸਮਾਜ ਦੇ ਵਾਸਤੇ। ਬਹੁਤ ਸਾਰੇ ਸਾਡੇ ਇਹੋ ਜਿਹੇ ਰਾਗੀ ਸਿੰਘ ਜਾਂ ਕਵੀਸ਼ਰ ਜਾਂ ਕਥਾਵਾਚਕ ਹੈਗੇ ਨੇ ਜਿਹੜੇ ਕਿ ਮੁਹਾਰਤ ਰੱਖਦੇ ਨੇ ਆਪਣੇ ਆਪਣੇ ਫੀਲਡ ਦੇ ਵਿੱਚ, ਪਰ ਉਹਨਾਂ ਨੂੰ ਅੱਗੇ ਜਾਂ ਸਾਡਾ ਮੀਡੀਆ ਜਾਂ ਸਾਡਾ ਜਿਹੜਾ ਸਿਸਟਮ ਆ ਉਹ ਅੱਗੇ ਨਹੀਂ ਲੈ ਕੇ ਆਉਂਦਾ। ਤੇ ਅੱਜ ਅਸੀਂ ਇਹਨਾਂ ਮੁੱਦਿਆਂ ਦੇ ਉੱਤੇ ਕੁਝ ਗੱਲ ਕਰਾਂਗੇ। ਤੇ ਅੱਜ ਸਾਡੇ ਸਟੂਡੀਓ ਦੇ ਵਿੱਚ ਸ਼੍ਰੀ ਜਸਵੀਰ ਸਿੰਘ ਜੀ ਜਮਾਲਪੁਰੀ ਉਹ ਆਏ ਹੋਏ ਨੇ। ਸਭ ਤੋਂ ਵੱਡੀ ਗੱਲ ਇਹ ਹੈਗੀ ਨੇ ਕਿ ਉਹ ਨਿਰਮਲ ਸਿੰਘ ਜੀ ਹੁਣਾਂ ਦੇ ਰਿਸ਼ਤੇਦਾਰ ਵੀ ਹੈਗੇ ਨੇ। ਤੇ ਅੱਜ ਕੱਲ ਆਪਣੇ ਹਜ਼ੂਰੀ ਰਾਗੀ ਨੇ ਬ੍ਰਿਸਬੇਨ ਗੁਰਦੁਆਰਾ ਸਾਹਿਬ ਲੋਗਨ ਰੋਡ ਦੇ ਉੱਤੇ। ਤੇ ਅੱਜ ਉਹਨਾਂ ਦੇ ਨਾਲ ਗੱਲਬਾਤ ਆਪਾਂ ਕਰਾਂਗੇ। ਇੰਡੋਜ਼ ਟੀਵੀ ਸਟੂਡੀਓ ਦੇ ਵਿੱਚ ਆਏ ਹੋਏ ਨੇ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਸਵੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਸਭ ਤੋਂ ਪਹਿਲਾਂ ਬਹੁਤ ਸਾਨੂੰ ਅਫਸੋਸ ਵੀ ਹੈਗਾ, ਜਾਂ ਪੰਥਕ ਹਲਕਿਆਂ ਦੇ ਵਿੱਚ ਸਾਰਿਆਂ ਨੂੰ ਅਫਸੋਸ ਹੈਗਾ ਆ, ਹਿਰਦੇ ਬਲੂੰਦਰੇ ਗਏ ਆ ਵੀ ਸਰਦਾਰ ਨਿਰਮਲ ਸਿੰਘ ਹੁਣੀ ਸਾਡੇ ਵਿਚਕਾਰ ਨਹੀਂ ਰਹੇ। ਇੱਕ ਬਹੁਤ ਵੱਡੀ ਪ੍ਰਤਿਭਾ ਦੇ ਮਾਲਕ ਸੀਗੇ ਤੇ ਆਪਣੇ ਫੀਲਡ ਦੇ ਵਿੱਚ ਇੱਕ ਉਚੇਚਾ ਜਿਹੜਾ ਮੁਕਾਮ ਆ ਉਹ ਰੱਖਦੇ ਹੁੰਦੇ ਸੀ। ਸਭ ਤੋਂ ਪਹਿਲਾਂ ਦੱਸੋ ਵੀ ਤੁਹਾਡੀ ਉਹਨਾਂ ਦੇ ਨਾਲ ਕਿਹੋ ਜਿਹੀ ਨਜ਼ਦੀਕੀ ਸੀ? ਸਭ ਤੋਂ ਪਹਿਲਾਂ ਮੈਂ ਆਪ ਸਾਰੀਆਂ ਸੰਗਤਾਂ ਦਾ ਔਰ ਇਸ ਚੈਨਲ ਰਾਹੀਂ ਜੋ ਅੱਜ ਗੱਲਬਾਤ ਚੱਲ ਰਹੀ ਹੈ, ਗੱਲਬਾਤ ਕਰਨੀ ਹੈ, ਪਹਿਲਾਂ ਇਹਨਾਂ ਦਾ ਧੰਨਵਾਦ ਕਿ ਸਾਨੂੰ ਮੌਕਾ ਦਿੱਤਾ ਸਾਡੀ ਗੱਲ ਰੱਖਣ ਦਾ। ਆਪ ਜੀ ਚੈਨਲ ਦਾ ਧੰਨਵਾਦ। ਜਿੱਥੇ ਤੱਕ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਜੀ ਪਦਮ ਸ਼੍ਰੀ, ਉਹ ਮਹਾਨ ਸ਼ਖਸੀਅਤ, ਮਹਾਨ ਹਸਤੀ ਜੋ ਸਾਡੇ ਵਿੱਚ ਨਹੀਂ ਰਹੇ। ਰਿਸ਼ਤੇਦਾਰੀ ਤੌਰ ਤੇ ਮੇਰੇ ਉਹ ਜੀਜਾ ਜੀ ਲੱਗਦੇ ਸਨ। ਮੇਰੇ ਭੂਆ ਜੀ ਦੀ ਲੜਕੀ ਉਹਨਾਂ ਦੇ ਘਰ ਵਿਆਹੀ ਹੋਈ ਹੈ, ਤਾਂ ਉਹਨਾਂ ਦੇ ਨਾਲ ਮੇਰਾ ਬਹੁਤ ਸਨੇਹ, ਬਹੁਤ ਪਿਆਰ। ਕਾਫੀ ਉਹਨਾਂ ਤੋਂ ਮੈਂ ਉਹਨਾਂ ਨੂੰ ਸੁਣ ਕੇ ਅਸੀਂ ਕਾਫੀ ਇਸ ਲਾਈਨ ਵਿੱਚ ਕੋਸ਼ਿਸ਼ ਕੀਤੀ। ਜੋ ਜੋ ਅੱਜ ਗਾ ਰਹੇ ਹਾਂ, ਕਈ ਸ਼ਬਦ ਉਹਨਾਂ ਦੇ ਗਾਉਣੇ ਆ, ਉਹਨਾਂ ਦੇ ਗਾਏ ਹੋਏ ਸ਼ਬਦ। ਤੋ ਮੇਰੇ ਵਾਸਤੇ ਸਾਡੇ
ਪਰਿਵਾਰ ਵਾਸਤੇ ਔਰ ਸਿੱਖ ਕੌਮ ਵਾਸਤੇ ਇੱਕ ਬਹੁਤ ਵੱਡਾ ਘਾਟਾ ਹੈ ਔਰ ਸਾਡੇ ਪਰਿਵਾਰ 'ਤੇ ਜੋ ਦੁੱਖਾਂ ਦਾ ਪਹਾੜ ਟੁੱਟਿਆ ਹੈ ਉਹ ਅਸੀਂ ਸਹਿਣ ਕਰਨਾ ਸਾਡੇ ਵਾਸਤੇ ਮੁਸ਼ਕਲ ਹੈ। ਭਾਈ ਸਾਹਿਬ ਨੇ ਕਾਫੀ ਸਮਾਂ ਭਾਈ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਕੀਰਤਨ ਦੀ ਸੇਵਾ ਨਿਭਾਈ ਹੈ। ਅੱਜ ਵੀ ਉਹਨਾਂ ਦੀਆਂ ਸੇਵਾਵਾਂ ਨਿਰੰਤਰ ਚੱਲ ਰਹੀਆਂ ਸੀਗੀਆਂ, ਭਾਵੇਂ ਉਹ ਰਿਟਾਇਰ ਹੋ ਗਏ। ਬੜੇ ਵੱਡੇ ਕੀਰਤਨ ਦਰਬਾਰ, ਜਿਵੇਂ ਸ਼੍ਰੋਮਣੀ ਕਮੇਟੀ ਕੋਈ ਵੀ ਕੀਰਤਨ ਦਰਬਾਰ ਕਰਵਾਉਂਦੀ ਹੈ, ਦਰਬਾਰ ਸਾਹਿਬ ਵੱਲੋਂ ਕੋਈ ਵੀ ਕੀਰਤਨ ਦਰਬਾਰ ਹੁੰਦਾ ਤੇ ਉਹਨਾਂ ਨੂੰ ਉਹਨਾਂ ਦੀ ਆਗਿਆ ਸਮਝ ਲਓ ਜਾਂ ਉਹਨਾਂ ਦੀ ਗਾਈਡੈਂਸ ਉਹਨਾਂ ਦਾ ਲਿਆ ਜਾਂਦਾ ਉਹਨਾਂ ਤੋਂ ਕਿ ਰਾਗੀ ਸਿੰਘਾਂ ਨੂੰ ਬੁਲਾਉਣਾ, ਕਿਸ ਰਾਗੀ ਸਿੰਘ ਨੂੰ ਬੁਲਾਉਣਾ ਜੀ। ਤੋ ਮੈਂ ਇਹ ਸਮਝਦਾ ਕਿ ਸਾਨੂੰ ਜੋ ਇਹ ਧੱਕਾ ਲੱਗਿਆ ਹੈ, ਸਭ ਤੋਂ ਵੱਡਾ ਤਾਂ ਇਹ ਹੈ ਕਿ ਸਾਨੂੰ ਨਹੀਂ ਲੱਗ ਰਿਹਾ ਕਿ ਉਹ ਕਰੋਨਾ ਦੇ ਨਾਲ ਇਸ ਤਰ੍ਹਾਂ ਉਹਨਾਂ ਦੀ ਮੌਤ ਹੋਈ ਹੈ ਜੀ। ਨਹੀਂ, ਇਹਦੇ ਵਿੱਚ ਜਿਹੜੇ ਪ੍ਰਸ਼ਾਸਨ ਆ ਉਹ ਤਾਂ ਇਸ ਗੱਲ ਨੂੰ ਮੰਨ ਨਹੀਂ ਰਿਹਾ। ਇਹ ਇੱਕ ਪਰਿਵਾਰ ਵੱਲੋਂ ਹੀ ਉਠਾਇਆ ਜਾ ਰਿਹਾ ਕਿ ਉਹਨਾਂ ਨੂੰ ਕਰੋਨਾ ਵਾਇਰਸ ਹੈ ਨਹੀਂ ਸੀ। ਹੁਣ ਤੁਸੀਂ ਉਹਨਾਂ ਦੇ ਨਜ਼ਦੀਕੀਆਂ ਦੇ ਵਿੱਚੋਂ ਸੀ, ਤੁਹਾਡੀ ਗੱਲਬਾਤ ਵੀ ਹੁੰਦੀ ਹੋਵੇਗੀ ਜੀ, ਕੀ ਇਹ ਲੱਛਣ ਪਹਿਲਾਂ ਉਹਨਾਂ ਨੂੰ ਲੱਗੇ? ਕਿਉਂਕਿ ਜਿਹੜੀ ਵੀਡੀਓ ਵਾਇਰਲ ਹੋਈ ਆ ਜੀ ਜਾਂ ਆਡੀਓ ਵਾਇਰਲ ਹੋਈ ਆ ਜਿਹਦੇ ਵਿੱਚ ਉਹ ਆਪਣੇ ਸਪੁੱਤਰ ਦੇ ਨਾਲ ਗੱਲ ਕਰ ਰਹੇ ਆ, ਉਹਦੇ ਵਿੱਚ ਕਿਉਂਕਿ ਕਰੋਨਾ ਦਾ ਇੱਕ ਇਹ ਹੈਗਾ ਕਿ ਇਹਦੇ ਵਿੱਚ ਤਕਲੀਫ ਆਉਂਦੀ ਆ ਸਾਹ ਦੀ ਜੀ, ਕਿਉਂਕਿ ਫੇਫੜੇ ਸਾਡੇ ਕੰਮ ਕਰਨੇ ਬੰਦ ਕਰ ਦਿੰਦੇ ਆ, ਖੰਘ ਬਹੁਤ ਜ਼ਿਆਦਾ ਆਉਂਦੀ ਆ ਜੋ 8ਵੇਂ ਜਾਂ 9ਵੇਂ ਦਿਨ ਜਿਹੜੀ ਇਹਦੇ ਲੱਛਣ ਆਉਂਦੇ ਆ ਜੀ। ਜਦ ਕਿ ਉਸ ਵਾਇਰਲ ਹੋਈ ਵੀਡੀਓ ਦੇ ਵਿੱਚ ਉਹ ਖੰਘੇ ਵੀ ਹੈ ਨਹੀਂ ਜੀ, ਕੋਈ ਸਾਹ ਦੀ ਵੀ ਸਮੱਸਿਆ ਇਦਾਂ ਦੀ ਲੱਗਦੀ ਨਹੀਂ ਕਿ ਕਰੋਨਾ ਦਾ ਜਾਂ ਹੋਵੇ। ਕਿ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਕਿਹੋ ਜਿਹਾ ਲੱਗਦਾ ਕਿ ਉਹ ਸੱਚਮੁੱਚ ਇਸ ਗੱਲ ਨਾਲ ਪੀੜਤ ਸੀ ਜਾਂ ਉਹਨਾਂ ਦੀ ਜਿਹੜੀ ਸਹੀ ਬਿਮਾਰੀ ਸੀ ਉਹਨੂੰ ਜਿਹੜਾ ਆ ਸਮਝਿਆ ਨਹੀਂ ਗਿਆ? ਉਹਨਾਂ ਦੀ ਸਹੀ ਬਿਮਾਰੀ ਨੂੰ ਨਹੀਂ ਸਮਝਿਆ ਗਿਆ। ਪੋਜ਼ਿਟਿਵ ਆਈ ਆ, ਚਲੋ ਮੈਂ ਕਹਿੰਦਾ ਪੋਜ਼ਿਟਿਵ ਆਈ ਆ ਜੀ, ਜੇ ਉਹ ਪ੍ਰਸ਼ਾਸਨ ਕਹਿ ਰਿਹਾ ਤੇ ਪਰ ਉਸ ਚੀਜ਼ ਦਾ ਇਲਾਜ ਤਾਂ ਹੈ ਨਾ, ਉਸ ਚੀਜ਼ 'ਤੇ ਪ੍ਰਸ਼ਾਸਨ ਜਾਂ ਡਾਕਟਰ ਉਹਨਾਂ ਨੂੰ ਸੇਵਾ ਸੰਭਾਲ ਤਾਂ ਕਰ ਸਕਦੇ ਸੀ, ਉਹਨਾਂ ਨੂੰ ਸੰਭਾਲ ਸਕਦੇ ਸੀ। ਤੇ ਠੀਕ ਹੈ ਕਿ ਉਹਨਾਂ ਨੂੰ ਸਾਹ ਦੀ ਦਮੇ ਦੀ ਬਿਮਾਰੀ ਸੀਗੀ ਜੀ, ਪਹਿਲਾਂ ਤੋਂ ਜਾਣੀ ਥੋੜਾ ਕਾਫੀ ਸਮੇਂ ਤੋਂ ਉਹਨਾਂ ਨੂੰ ਇਹ ਚੱਲਦਾ ਸੀਗਾ। ਅੱਛਾ, ਕਿਉਂਕਿ ਉਹ ਜੋ ਅਲੱਗ-ਅਲੱਗ ਦੇਸ਼ਾਂ ਵਿੱਚ ਵਿਚਰਦੇ ਸਨ ਤੇ ਆਪਣਾ ਬੜਾ ਖਿਆਲ ਰੱਖਦੇ ਸਨ ਸਹੀ ਸਿਹਤ ਦਾ, ਕਿਤੇ ਮੌਸਮ ਕਿੱਦਾਂ ਦਾ ਹੁੰਦਾ, ਕਿਤੇ ਕਿੱਦਾਂ ਦਾ, ਤੋ ਆਪਣੇ ਉਹ ਸਰੀਰ ਦਾ ਧਿਆਨ ਰੱਖਦੇ ਸਨ। ਹਾਂ, ਉਹਨਾਂ ਨੂੰ ਨਜ਼ਲਾ ਬੁਖਾਰ ਜਾਂ ਜ਼ੁਕਾਮ ਇਹ ਨਾਰਮਲ ਚੱਲਦਾ ਹੁੰਦਾ ਸੀ। ਜਿੰਨੇ ਦਿਨ ਇਹ ਗੱਲ ਹੋਈ ਹੈ, ਮੇਰੀ ਉਹਨਾਂ ਨਾਲ ਕੋਈ 10 ਕੁ ਦਿਨ ਪਹਿਲਾਂ ਵੀ ਗੱਲ ਹੋਈ। ਉਹਨਾਂ ਨੇ ਇਹ ਵੀ ਕਿਹਾ ਕਿ ਮੇਰਾ ਵੀ ਟੂਰ ਹੈ ਵਿਸਾਖੀ 'ਤੇ ਆਪਣੇ ਮੈਲਬਰਨ ਦਾ ਅਤੇ ਭਰਤ ਆਉਣ ਦਾ। ਅਤੇ ਮੈਂ ਕਿਹਾ ਭਾਜੀ ਵੀ ਚਲੋ ਮੈਂ ਬ੍ਰਿਸਬੇਨ ਹਾਂ ਅਤੇ ਮੈਂ ਆਪਣੀ ਕਮੇਟੀ ਨਾਲ ਵੀ ਗੱਲ ਕਰਦਾ, ਜੇ ਤੁਹਾਡੇ ਕੋਲ ਟਾਈਮ ਹੋਇਆ ਤਾਂ ਅਸੀਂ ਤੁਹਾਨੂੰ ਵੀ ਇੱਥੇ ਵੀ ਸੁਣਨਾ ਚਾਹਾਂਗੇ, ਆਓ ਤੁਸੀਂ ਵੀ। ਹਾਂ, ਚਲੋ ਕਹਿੰਦੇ ਠੀਕ ਆ। ਪਰ ਥੋੜ੍ਹੇ ਦਿਨਾਂ ਬਾਅਦ ਹੀ ਇਹ ਜਿਵੇਂ ਲੋਕਡਾਊਨ ਹੋ ਜਾਂਦਾ ਵਾ ਜਾਂ ਕਰਫਿਊ ਦਾ 1-2 ਦਿਨਾਂ ਬਾਅਦ ਹੀ, ਅਤੇ ਫਿਰ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ, ਅਸੀਂ ਗੱਲ ਕੀਤੀ। ਉਹ ਕਹਿੰਦੇ ਵੀ ਪ੍ਰੋਗਰਾਮ ਕੈਂਸਲ ਕਰਨਾ ਪਿਆ ਤੁਹਾਡੇ ਆਸਟ੍ਰੇਲੀਆ ਦਾ। ਅਤੇ ਫਿਰ ਜਦੋਂ ਬਿਮਾਰ ਹੁੰਦੇ ਨੇ ਉਹਦੇ ਸੁਣਨ ਵਿੱਚ ਆਇਆ, ਮੈਂ ਦੀਦੀ ਨਾਲ ਗੱਲ ਕੀਤੀ ਅਤੇ ਮੈਂ ਕਹਿੰਦੀ ਭਾਜੀ ਨਹੀਂ ਤੁਹਾਡੇ ਠੀਕ ਹੈਗੇ, ਅਤੇ ਵੀ ਉਹਨਾਂ ਨੂੰ ਜਿੱਦਾਂ ਛਾਤੀ ਜਿਹੀ ਰੁਕ ਗਈ ਉਹਨਾਂ ਦੀ। ਅਤੇ ਮੈਂ ਕਿਹਾ ਅੱਛਾ ਚਲੋ। ਫਿਰ ਉਹ ਲੈ ਕੇ ਗਏ ਨੇ ਅਤੇ ਫਿਰ ਫੋਨ 'ਤੇ ਮੈਂ ਗੱਲ ਕੀਤੀ, ਕਹਿੰਦੇ ਵੀ ਡਾਕਟਰਾਂ ਨੇ ਦਵਾਈ ਦੇ ਕੇ ਸਾਨੂੰ ਵਾਪਸ ਭੇਜਤਾ। ਅੱਛਾ, ਪਹਿਲਾਂ ਵਾਪਸ ਭੇਜ ਦਿੱਤਾ? ਹਾਂਜੀ, ਵੀ ਉਹ ਤੁਸੀਂ ਜਾਓ, ਕੋਈ ਗੱਲ ਨਹੀਂ, ਨੋਰਮਲ ਇਨਫੈਕਸ਼ਨ ਹੈ, ਠੀਕ ਹੋ ਜਾਏਗਾ। ਅਤੇ ਉਸੇ ਦੂਸਰੇ ਦਿਨ ਬਾਅਦ ਇਹ ਪਤਾ ਲੱਗ ਰਿਹਾ ਕਿ ਉਹਨਾਂ ਨੂੰ ਰਾਤ ਨੂੰ ਉਹਨਾਂ ਨੇ ਆਪ ਬੁਲਾਇਆ ਵਾ, ਜਿਹਦਾ ਥੋੜ੍ਹਾ ਜ਼ਿਆਦਾ ਢਿੱਲੇ ਹੋ ਗਏ ਅਤੇ ਉਹ ਗਏ ਨੇ। ਅਤੇ ਪਰ ਉਹਨਾਂ ਦੀ ਉੱਥੇ ਕਾਫੀ ਦੇਰ, ਫਿਰ ਇੱਧਰ ਆਪਣੇ ਰਾਤ ਪੈ ਜਾਂਦੀ ਆ, 4.5 ਘੰਟੇ ਆਪਾਂ ਅੱਗੇ ਹਾਂ, ਇੱਧਰ ਰਾਤ ਪੈ ਗਈ, ਉੱਧਰ ਫਿਰ ਮੇਰੀ ਗੱਲ ਨਹੀਂ ਹੋਈ। ਫਿਰ ਮੇਰੀ ਦੂਸਰੇ ਦਿਨ ਮੈਂ ਜਾ ਪੁੱਛਿਆ ਵਾ ਅਤੇ ਉਹਨਾਂ ਨੇ ਦੱਸਿਆ ਵੀ ਥੋੜ੍ਹਾ ਤਕਲੀਫ ਉਹਨਾਂ ਨੂੰ ਜ਼ਿਆਦਾ ਹੋਈ ਅਤੇ ਇੱਦਾਂ ਕਰਕੇ ਵੀ ਕੋਈ ਨਹੀਂ, ਟਰੀਟਮੈਂਟ ਚੱਲ ਰਹੀ ਆ, ਵੀ ਅਸੀਂ ਤਾਂ ਆ ਗਏ ਹਾਂ ਘਰ, ਪਰ ਉਹਨਾਂ ਨੂੰ ਉੱਥੇ ਜਿੱਦਾਂ ਵੀ ਡਾਕਟਰ ਕਹਿ ਰਹੇ ਨੇ ਕਿ ਤੁਸੀਂ ਚੱਲ ਜਾਓਗੇ ਠੀਕ ਹੋ ਕੇ, ਕੋਈ ਐਸੀ ਗੱਲ ਨਹੀਂ। ਬਸ ਮੈਂ ਭਾਜੀ ਜਸਬੀਰ ਸਿੰਘ ਨੇ ਅਮਰੀਕਾ 'ਚ ਉਹਨਾਂ ਦੇ ਬ੍ਰਦਰ, ਮੈਂ ਉਹਨਾਂ ਨੂੰ ਪੁੱਛਿਆ ਵੀ ਉਹ ਦੀਦੀ ਨਾਲ ਗੱਲ ਨਹੀਂ ਹੋ ਰਹੀ ਅਤੇ ਤੁਸੀਂ ਦੱਸੋ। ਉਹਨਾਂ ਕਿਹਾ ਵੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ, ਠੀਕ ਆ। ਬਸ ਇਹ ਗੱਲ ਹੁੰਦੀ ਆ 20-25 ਮਿੰਟ ਬਾਅਦ, ਅੱਧੇ ਘੰਟੇ ਬਾਅਦ ਉਹ ਕਹਿੰਦੇ ਨੇ, ਫਿਰ ਮੈਨੂੰ ਫੋਨ ਆ ਗਿਆ ਅਮਰੀਕਾ ਤੋਂ ਵੀ ਭਾਜੀ ਚੜ੍ਹਾਈ ਕਰ ਗਏ। ਉਹ ਯਕਦਮ ਹੁਣ ਨਹੀਂ ਪਤਾ ਲੱਗ ਰਿਹਾ ਵੀ
ਕੀ ਐਡੀ ਛੇਤੀ ਭਾਣਾ ਵਰਤ ਗਿਆ ਵੀ ਇਸ ਤਰ੍ਹਾਂ ਵੀ ਕਹਿੰਦੇ ਨਾਲੇ ਠੀਕ ਆ ਨਾਲੇ ਡਾਕਟਰ ਕਹਿ ਰਹੇ ਨੇ ਅਸੀਂ ਸੰਭਾਲ ਲਿਆ ਉਹਨਾਂ ਨੂੰ ਸੰਭਾਲ ਲਾਂਗੇ ਜੀ। ਤੇ ਇਹ ਬਸ ਮਨ ਵਿੱਚ ਸ਼ੰਕਾ ਵਾ ਕਿ ਵੀ ਪ੍ਰਸ਼ਾਸਨ ਨੇ ਜੇ ਪੋਜ਼ਿਟਿਵ ਆ ਵੀ ਗਿਆ ਤੇ ਪ੍ਰਸ਼ਾਸਨ ਨੇ ਜਾਂ ਡਾਕਟਰ ਨੇ ਉਹਨਾਂ ਦੀ ਕੇਅਰ ਕਿਉਂ ਨਹੀਂ ਕੀਤੀ। ਜੀ ਬਿਲਕੁਲ। ਇਹ ਸਵਾਲ ਵੈਸੇ ਚਲੋ ਸਾਰੇ ਪੰਥਕ ਹਲਕਿਆਂ ਦੇ ਵਿੱਚ ਵੀ ਹੈਗਾ, ਇੱਕ ਨਵੀਂ ਬਹਿਸ ਛੇੜ ਦਿੱਤੀ ਆ ਕਿ ਜਿੱਥੇ ਦੁਨੀਆ ਦੇ ਵਿੱਚ ਨਵੇਂ-ਨਵੇਂ ਤਰੀਕੇ ਕੱਢੇ ਜਾ ਰਹੇ ਆ ਇਸ ਬਿਮਾਰੀ ਦੇ ਨਾਲ ਲੜਨ ਦੇ, ਵੀ ਖਾਸ ਤੌਰ ਤੇ ਏਡੀ ਵੱਡੀ ਸ਼ਖਸੀਅਤ ਜਿਸ ਤਰ੍ਹਾਂ ਉਹ ਕਹਿ ਰਹੇ ਆ ਵੀ ਕੋਈ ਟ੍ਰੀਟਮੈਂਟ ਨਹੀਂ ਹੋ ਰਿਹਾ, ਇੱਕ ਡਰ ਵੀ ਕਾਫੀ ਹੈਗਾ ਡਾਕਟਰਸ ਦੇ ਵਿੱਚ ਵੀ, ਉੱਥੇ ਜਿਹੜਾ ਕਾਫੀ ਡਰ ਪਾਇਆ ਜਾਂਦਾ। ਪਰ ਉਹਨਾਂ ਦੇ ਦੇਹਾਂਤ ਤੋਂ ਬਾਅਦ ਜਿਹੜਾ ਇੱਕ ਡਰਾਮਾ ਹੋਇਆ, ਜਿਹਨੂੰ ਕਹਿ ਸਕਦੇ ਆਪਾਂ ਡਰਾਮਾ ਹੀ ਕਹਿ ਸਕਦੇ ਆ, ਕਿ ਉਹਨਾਂ ਦੇ ਸੰਸਕਾਰ ਜਿਹੜੀ ਐਡੀ ਵੱਡੀ ਸ਼ਖਸੀਅਤ ਆ ਜਿਹਨੂੰ ਸਜਦਾ ਕਰਦੇ ਆ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਇੱਕ ਬੜੀ ਸਨਮਾਨਯੋਗ ਪਦਵੀ ਆ। ਜੀ ਜੀ। ਵੈਸੇ ਤਾਂ ਉਹ ਪਦਮ ਸ਼੍ਰੀ ਵੀ ਹੈਗੇ ਸੀ ਜੀ ਬਿਲਕੁਲ। ਪਰ ਮੈਂ ਸਮਝਦਾ ਹਾਂ ਵੀ ਪਦਮ ਸ਼੍ਰੀ ਤੋਂ ਵੀ ਬਹੁਤ ਉੱਤੇ ਦੀ ਪਦਵੀ ਜਿਹੜੀ ਹੈਗੀ ਆ ਉਹ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਵਿੱਚ ਹੋਣਾ, ਤੇ ਖਾਸ ਤੌਰ ਤੇ ਉਹਨਾਂ ਦੀ ਸਿਲੈਕਸ਼ਨ ਕਮੇਟੀ ਦੇ ਵਿੱਚ ਹੋਣਾ। ਉਹ ਤਾਂ ਸਿਲੈਕਟ ਕਰਦੇ ਸੀ ਨਾ, ਵੀ ਸਿਲੈਕਸ਼ਨ ਹੁੰਦੀ ਸੀ, ਕੀਰਤਨੀਆਂ ਨੂੰ ਰੱਖਣਾ, ਕੀਰਤਨੀਆਂ ਨੂੰ ਰੱਖਦੇ ਸੀ। ਹਾਂਜੀ ਬਿਲਕੁਲ। ਤੇ ਐਡੀ ਵੱਡੀ ਸ਼ਖਸੀਅਤ ਤੇ ਬਾਅਦ ਦੇ ਵਿੱਚ ਇੱਕ ਕੀਤਾ ਜਾਂਦਾ ਵੀ ਨਹੀਂ ਜੀ ਇੱਥੇ ਸੰਸਕਾਰ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਵੀ, ਵੇਰਕਾ ਤਾਂ ਚਲੋ ਮਸ਼ਹੂਰ ਹੋ ਗਿਆ, ਪਹਿਲਾਂ ਅੰਮ੍ਰਿਤਸਰ ਦੇ ਵਿੱਚ ਵੀ ਨਾ ਕੀਤੀ ਗਈ ਜੀ। ਤੇ ਇਹੋ ਜਿਹਾ ਤੁਹਾਨੂੰ ਲੱਗਦਾ ਵੀ ਇਹ ਖਾਸ ਤੌਰ ਤੇ ਐਡੀ ਵੱਡੀ ਸ਼ਖਸੀਅਤ ਦੇ ਨਾਲ ਇਹੋ ਜਿਹਾ ਹੋਣਾ? ਜਾਣਾ ਤਾਂ ਸਭ ਨੇ ਜੀ, ਅਸੀਂ ਉਹ ਉਸ ਚੀਜ਼ ਨੂੰ ਬਰਦਾਸ਼ਤ ਕਰ ਲੈਂਦੇ ਜੀ। ਥੋੜੇ ਦਿਨ ਰੋਣਾ ਹੁੰਦਾ ਹੈ ਜੀ। ਤੇ ਉਸ ਤੋਂ ਵੱਡਾ ਇਹ ਦੁੱਖ ਹੈ ਕਿ ਵੀ ਐਡੀ ਵੱਡੀ ਸ਼ਖਸੀਅਤ ਨੂੰ, ਐਡੀ ਵੱਡੀ ਸਰੀਰ ਨੂੰ ਜਿਵੇਂ ਰੋਲਿਆ, ਤੇ ਕੋਈ ਵੀ ਅੱਜ ਤੱਕ ਦੁਨੀਆ ਵਿੱਚ ਮੇਰੇ ਖਿਆਲ ਵਿੱਚ ਨਹੀਂ ਹੋਇਆ ਹੋਏਗਾ, ਜਾਂ ਪਹਿਲਾਂ ਵੀ ਥੋੜ੍ਹਾ ਚਿਰ ਪਹਿਲਾਂ ਵੀ ਇਹ ਹੋਇਆ, ਕਿਸੇ ਨੂੰ ਸ਼ਮਸ਼ਾਨ ਘਾਟ ਵਿੱਚ ਨਹੀਂ ਜਗ੍ਹਾ ਦਿੱਤੀ ਗਈ ਇਸੇ ਬਿਮਾਰੀ ਦੇ ਜਿਨ੍ਹਾਂ ਦੇ ਨਾਂ ਲੱਗਦਾ ਕਰੋਨਾ ਦਾ। ਪਰ ਬਹੁਤ ਮੰਦੀ ਗੱਲ ਹੈ, ਬਹੁਤ ਮੰਦਭਾਗੀ ਗੱਲ ਹੈ ਕਿ ਸਾਡੇ ਜਾਂ ਤਾਂ ਉਸ ਪਿੰਡ ਵਿੱਚ ਜੀ ਜਾਂ ਕੋਈ ਪੜ੍ਹਿਆ ਲਿਖਿਆ ਨਹੀਂ ਮੈਂ ਕਹਾਂਗਾ, ਜਾਂ ਪ੍ਰਸ਼ਾਸਨ ਨੇ ਜਾਂ ਡਾਕਟਰਾਂ ਨੇ ਉਹਨਾਂ ਨੂੰ ਇਹ ਦੱਸਿਆ ਹੀ ਨਹੀਂ ਕਿ ਮਰਨ ਤੋਂ ਬਾਅਦ ਜਾਂ ਬੋਡੀ ਦੇ ਵਿੱਚ ਕੋਈ ਬਹੁਤਾ ਇਹ ਮਾਇਨਾ ਨਹੀਂ ਰੱਖਦਾ ਕਿਸੇ ਵਾਇਰਸ ਦਾ ਰਹਿਣਾ। ਫਿਰ ਇੰਨੀ ਵੱਡੀ ਲੱਕੜ ਦੇ ਵਿੱਚ ਜਾਂ ਜਲ ਜਾਣਾ ਜੀ, ਇੰਨੀ ਹੀਟ ਦੇ ਵਿੱਚ, ਕਹਿੰਦੇ ਨੇ ਕਿ ਇੰਨੀ ਕਿ ਹੀਟ ਵਿੱਚ ਵਾਇਰਸ ਮਰ ਜਾਂਦਾ ਹੈ, ਤੇ ਉੱਥੇ ਤੇ ਉਹ ਬਹੁਤ ਜ਼ਿਆਦਾ ਅਗਨੀ ਸੀ, ਬਹੁਤ ਅੱਗ ਜ਼ਿਆਦਾ ਸੀ। ਤੇ ਇਹ ਗੱਲ ਬਹੁਤ ਠੀਕ ਹੈ ਉਹਨਾਂ ਨੇ ਜੋ ਕੀਤਾ ਅੱਜ ਪਿੰਡ ਵਾਲਿਆਂ ਨੇ, ਪਰ ਮੈਂ ਸਮਝਦਾ ਜੀ ਸਾਡੇ ਸਤਿਕਾਰਯੋਗ ਭਾਈ ਸਾਹਿਬ ਉਹਨਾਂ ਨੇ ਇੱਕ ਬਲੀਦਾਨ ਦੇਤਾ ਇਹਦੇ ਵਿੱਚ, ਤੇ ਇਹ ਵੀ ਕੋਈ ਅਨੋਖੀ ਗੱਲ ਹੋਈ ਹੈ ਜੀ। ਸਾਰੇ ਵਰਲਡ ਦੇ ਵਿੱਚ, ਦੁਨੀਆ ਦੇ ਵਿੱਚ ਨਾਮ ਹੋਵੇ ਬੰਦੇ ਦਾ ਉੱਪਰ ਤੱਕ, ਜਿਹਨਾਂ ਨੂੰ ਆਪਾਂ ਮਿਨਿਸਟਰ ਕਹਿ ਦਈਏ, ਪ੍ਰਾਈਮ ਮਿਨਿਸਟਰ ਤੱਕ ਵੀ ਉਹਨਾਂ ਨੂੰ ਦੁਨੀਆ ਜਾਣਦੀ ਸੀ, ਕਿਉਂਕਿ ਰਾਸ਼ਟਰਪਤੀ ਅਵਾਰਡ ਮਿਲਣਾ ਕੋਈ ਛੋਟੀ ਜਿਹੀ ਗੱਲ ਤਾਂ ਹੈ ਨਹੀਂ, ਰਾਸ਼ਟਰਪਤੀ ਦੇ ਬਰਾਬਰ ਹੀ ਖਿਲਾਰ ਦੇਣਾ ਇੱਕੋ ਗੱਲ। ਪਰ ਜਿੱਦਾਂ ਤੁਸੀਂ ਕਿਹਾ ਵੀ ਇੱਕ ਬਲਿਦਾਨ ਆ, ਮੈਨੂੰ ਵੀ ਲੱਗਦਾ ਕਿ ਇੱਕ ਬਲਿਦਾਨ ਆ, ਕਿਉਂਕਿ ਸ਼ਾਇਦ ਬਹੁਤ ਸਾਰੇ ਜਿਹੜੇ ਸਾਡੇ ਵੀ ਦਰਸ਼ਕ ਆ ਉਹ ਸ਼ਾਇਦ ਜਾਣਦੇ ਨਾ ਹੋਣ ਉਹਨਾਂ ਦੀ ਮੌਤ ਤੋਂ ਪਹਿਲਾਂ, ਪਰ ਇਹਨਾਂ ਦੇ ਇਸ ਦੇਹਾਂਤ ਤੋਂ ਬਾਅਦ ਜੋ ਕੁਝ ਹੋਇਆ, ਵੈਸੇ ਤਾਂ ਬਹੁਤ ਸਾਰੇ ਦਰਸ਼ਕਾਂ ਦੇ ਇਹ ਵੀ ਮਨਾਂ ਦੇ ਵਿੱਚ ਹੈਗਾ ਕਿ ਦੇਖੋ ਐਡੀ ਵੱਡੀ ਸ਼ਖਸੀਅਤ ਆ, ਇੰਨਾ ਪਰਮਾਤਮਾ ਦੇ ਨੇੜੇ ਹੋਣਾ, ਕਿਉਂਕਿ ਤੁਸੀਂ ਇਹ ਕਿਹਾ ਜਾਂਦਾ ਵੀ ਜਿੰਨਾ ਬੰਦਾ ਰਾਗਾਂ ਦਾ ਧਨੀ ਤੇ ਉਤੋਂ ਔਸਤ ਉਸ ਪ੍ਰਮਾਤਮਾ ਦੀ ਕਾਨੀ ਉਹਨਾਂ ਰਾਗਾਂ ਦੇ ਵਿੱਚ, ਬੰਦਿਸ਼ਾਂ ਦੇ ਵਿੱਚ, ਇਹ ਕਿਸੇ ਕਿਸੇ ਦੇ ਹਿੱਸੇ ਹੀ ਆਉਂਦਾ। ਤੇ ਬਾਅਦ ਦੇ ਵਿੱਚ ਐਡੀ ਕਠਿਨਾਈ, ਤੇ ਇਹਦੇ ਉੱਤੇ ਕਈ ਲੋਕਾਂ ਨੇ ਸਵਾਲ ਜਿਹੜੇ ਆ ਕੀਤੇ ਆ, ਪਰ ਇਹਦਾ ਜਿਹੜਾ ਪੋਜ਼ਿਟਿਵ ਪੁਆਇੰਟ ਇਹ ਵੀ ਰੱਖ ਲਓ ਕਿ ਸਰਦਾਰ ਨਿਰਮਲ ਸਿੰਘ ਉਹਨਾਂ ਲੋਕਾਂ ਤੱਕ ਵੀ ਛਾ ਗਏ ਜਿਹੜੇ ਲੋਕ ਸ਼ਾਇਦ ਉਹਨਾਂ ਨੂੰ ਪਹਿਲਾਂ ਨਾ ਸੁਣਿਆ ਹੋਵੇ, ਜਾਂ ਸੁਣਿਆ ਵੀ ਹੋਵੇ, ਜਾਂ ਪਤਾ ਹੀ ਨਾ ਹੋਵੇ ਵੀ ਜਿੱਦਾਂ ਬੰਬੀਹਾ ਅੰਮ੍ਰਿਤ ਵੇਲੇ ਬੋਲਿਆ, ਮੈਨੂੰ ਲੱਗਦਾ ਵੀ ਹੋਰ ਏਡੀ ਮਧੁਰ ਆਵਾਜ਼ ਦੇ ਵਿੱਚ ਹੋਰ ਕਿਸੇ ਨੇ ਗਾਇਆ ਨਹੀਂ ਗਾ ਸਕਦਾ, ਅਤੇ ਬੜਾ ਮੁਸ਼ਕਲ, ਜਾਂ ਉਹਨਾਂ ਦੀ ਆਵਾਜ਼ ਦੇ ਵਿੱਚ ਐਡੀ ਕਸ਼ਿਸ਼ ਸੀ, ਹੋ ਸਕਦਾ ਵੀ ਅਸੀਂ ਰੋਜ਼ਾਨਾ ਸੁਣਦੇ ਹੋਈਏ, ਸਾਨੂੰ ਪਤਾ ਹੀ ਨਾ ਹੋਵੇ ਵੀ ਇਹ ਨਿਰਮਲ ਸਿੰਘ ਹੋਣਾ ਦਾ ਹੈਗਾ। ਤੇ ਹੁਣ ਉਹ ਬੱਚੇ ਦੀ ਜ਼ੁਬਾਨ ਦੇ ਉੱਤੇ ਵੀ ਹੈਗਾ, ਤੇ ਨਾਲ ਨਾਲ ਤੁਹਾਨੂੰ ਨਹੀਂ ਲੱਗਦਾ ਵੀ ਇੱਕ ਰਾਗੀ ਸਿੰਘ, ਚਾਹੇ ਉਹ ਹਜ਼ੂਰੀ ਰਾਗੀ ਹੈਗੇ ਨੇ ਸ਼੍ਰੀ ਦਰਬਾਰ ਸਾਹਿਬ, ਜਾਂ ਹੋਰ ਪੰਜਾਂ ਤਖਤਾਂ ਦੇ ਉੱਤੇ ਰੱਖ ਲਓ, ਜਾਂ ਗੁਰਦੁਆਰਾ ਸਾਹਿਬ ਦੇ ਉੱਤੇ ਰੱਖ ਲਓ, ਪਹਿਲਾਂ ਇੱਕ ਰਿਸਪੈਕਟ ਹੁੰਦੀ ਸੀ। ਜਦੋਂ ਭਾਈ ਗੋਪਾਲ ਸਿੰਘ ਜੀ ਹੁਣਾਂ ਦੀ ਗੱਲ ਕਰੀਏ, ਲੋਕੀ ਇੱਕ ਆਈਡੀਅਲ ਮੰਨਦੇ ਹੁੰਦੇ ਸੀ, ਘਰਾਂ ਦੇ ਵਿੱਚ ਕੀਰਤਨ ਆਮ ਲੋਕੀ ਸਿੱਖਦੇ ਹੁੰਦੇ ਸੀ, ਜਾਂ ਸਿੰਘ ਸਾਹਿਬ ਜਿਹੜੇ ਗੁਰਦੁਆਰਾ ਲੋਕਲ ਕਿਸੇ ਪਿੰਡ ਦਾ ਜਾਂ ਸ਼ਹਿਰ ਦਾ, ਉਹਨਾਂ ਕੋਲ ਬੱਚਿਆਂ ਨੂੰ ਭੇਜਦੇ ਹੁੰਦੇ ਸੀ ਵੀ ਜਾਓ ਕੀਰਤਨ ਸਿੱਖੋ, ਚਾਹੇ ਥੋੜਾ ਬਹੁਤ। ਇਹ ਜਿਹੜਾ ਪਿਛਲੇ ਕੁਝ ਸਮੇਂ ਤੋਂ ਇਹ ਖਤਮ ਨਹੀਂ ਹੁੰਦਾ ਜਾ ਰਿਹਾ ਜਮਾਲਪੁਰੀ ਸਾਹਿਬ?
ਬਿਲਕੁਲ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ। ਸਮਾਂ ਬੜਾ ਹੀ ਬਦਲਿਆ ਔਰ ਸਾਡੇ ਇਤਿਹਾਸ, ਸਾਡੇ ਬਾਬੇ ਬਜ਼ੁਰਗਾਂ ਦੀਆਂ ਜੋ ਕਹਾਣੀਆਂ ਬਬਾਣੀਆਂ ਪੁੱਤ ਸਪੁੱਤ ਕਰੇਨ, ਉਹਨਾਂ ਦੇ ਨਾਲ ਜੁੜਿਆ ਜਾਂਦਾ ਸੀ। ਜਦੋਂ ਦਾ ਇਹ ਕੰਪਿਊਟਰ ਯੁੱਗ ਆਇਆ ਜਾਂ ਜਦੋਂ ਦਾ ਕੋਈ ਮੀਡੀਆ, ਜਾਂ ਮਾਫ ਕਰਨਾ ਮੈਂ ਇਹ ਨਹੀਂ ਹੈ ਕਿ ਮੀਡੀਆ ਸਾਰੇ ਹੀ ਨਹੀਂ, ਚੰਗੀ ਗੱਲ ਦੱਸਣ ਵਾਲੇ ਵੀ ਹੈਗੇ। ਹਾਂਜੀ, ਚੰਗੀ ਗੱਲ ਵੀ ਦੱਸਣ ਵਾਲੇ ਨੇ, ਚੰਗਾ ਵੀ ਹੈ। ਇਹਦੇ ਵਿੱਚ ਬਹੁਤ ਜ਼ਿਆਦਾ ਜਿਵੇਂ ਜਿਵੇਂ ਸਮਾਂ ਆਇਆ ਉਹਦੇ ਨਾਲ ਬਦਲ ਗਿਆ, ਪਰ ਗੁਰਬਾਣੀ ਨਾਲੋਂ, ਇਤਿਹਾਸ ਨਾਲੋਂ ਬੰਦਾ ਟੁੱਟਦਾ ਗਿਆ। ਤੇ ਜਿੱਥੇ ਚੰਗੇ, ਜੇ ਕਲਾਕਾਰ ਵੀ ਲਾਓ, ਜਿੱਥੇ ਚੰਗੇ ਉਹ ਗੀਤ ਗਾਉਂਦੇ ਸੀ, ਕੋਈ ਕਿਸੇ ਸੂਰਮੇ ਦੀ ਗੱਲ ਹੀ ਕਰਦੇ ਹੁੰਦੇ ਸੀ, ਤੇ ਉਹ ਇੱਕ ਸੇਧ ਦੇਣ ਵਾਲੀ ਹੀ ਬੱਚਿਆਂ ਨੂੰ ਗੱਲ ਹੁੰਦੀ ਸੀਗੀ। ਸੱਭਿਆਚਾਰਕ ਗੱਲ ਕਹਿ ਲਓ, ਜੇ ਕੋਈ ਕਿਸੇ ਦੀ ਬਹੁਤ ਵੱਡਾ ਕੰਮ ਕੀਤਾ ਤੇ ਉਹਦੀ ਉਹ ਗੀਤ ਰਾਹੀਂ ਉਹਨੂੰ ਬਿਆਨ ਕਰਕੇ ਉਸਤਤ ਕੀਤੀ ਜਾਂਦੀ ਸੀ, ਤੇ ਉਹ ਲੋਕੀ ਬੜਾ ਅੱਛਾ ਮਨੋਰੰਜਨ ਕਰਦੇ ਹੁੰਦੇ ਸੀ। ਜਿਉਂ-ਜਿਉਂ ਸਮਾਂ ਬਦਲਦਾ ਗਿਆ, ਕੁਝ ਗੀਤਕਾਰ, ਕੁਝ ਕਲਾਕਾਰਾਂ ਨੇ ਕੁਝ ਸਮਾਂ ਐਸਾ ਲਿਖ ਦਿੱਤਾ, ਗਾ ਦਿੱਤਾ, ਸਮਾਂ ਬਦਲਦਾ ਅੱਜ ਇੱਥੇ ਮੈਂ ਇਹੀ ਕਹਾਂਗਾ ਕਿ ਮਾੜੀ ਲਿਖਣੀ ਤੇ ਮਾੜਾ ਗਾਉਣਾ, ਉਹਦਾ ਬਹੁਤ ਪ੍ਰਭਾਵ ਪਿਆ। ਔਰ ਸਿਨੇਮਾ ਜਗਤ ਦੇ ਸਾਡੇ ਦੇਸ਼ ਨੂੰ, ਸਾਡੀਆਂ ਕੀਰਤਨ ਦੇ ਵੱਲ ਜਾਣ ਦੀ ਬਜਾਏ ਗਾਉਣ ਵੱਲ ਜਾਣ ਵਿੱਚ ਜ਼ਿਆਦਾ ਯੋਗਦਾਨ ਪਾਇਆ। ਤੇ ਉਹਦਾ ਕਾਰਨ ਆ ਕਿ ਉਹ ਜਿਹੜਾ ਚੀਜ਼ ਅਸੀਂ ਬਾਰ-ਬਾਰ ਸੁਣਾਂਗੇ, ਬਾਰ-ਬਾਰ ਦੇਖਾਂਗੇ ਟੀਵੀ ਤੇ ਆਏਗੀ, ਉਹਦਾ ਫਰਕ ਪੈਣਾ। ਮੈਂ ਇੱਥੇ ਸਰਦਾਰ ਨਿਰਮਲ ਸਿੰਘ ਉਹਨਾਂ ਦੇ ਹਵਾਲੇ ਦੇ ਨਾਲ ਗੱਲ ਕਰੂੰਗਾ ਜੀ, ਕਿ ਉਹਨਾਂ ਦਾ ਜਿਹੜਾ ਜੀਵਨ ਆ, ਇੱਕ ਬੜੇ ਗਰੀਬ ਪਰਿਵਾਰ ਤੋਂ ਉੱਠੇ ਜੀ, ਤੇ ਉਹ ਐਡੀ ਉੱਚੀ ਪਦਵੀ ਤੱਕ ਪਹੁੰਚੇ। ਤੇ ਈਵਨ ਕਿ ਉਹ ਆਪ ਕਹਿੰਦੇ ਹੁੰਦੇ ਸੀ ਵੀ ਮੈਂ 5ਵੀਂ ਪਾਸ, ਤੇ ਮੇਰੇ ਤੇ ਬਹੁਤ ਸਾਰੇ ਬੱਚਿਆਂ ਨੇ PhD ਵੀ ਕਰ ਲਈ। ਬਿਲਕੁਲ ਹਨਾ, ਇਹ ਇੱਕ ਬਹੁਤ ਵੱਡੀ ਉਪਲਬਧੀ ਹੁੰਦੀ ਆ ਵੀ ਇੱਕ 5ਵੀਂ ਪਾਸ, ਉਹਦੇ ਵਿੱਚ ਗੁਣੀ ਆਪਣੇ ਖੇਤਰ ਦਾ ਏਡਾ ਗੁਣੀ ਪ੍ਰਵਾਨ ਹੋ ਗਿਆ ਕਿ ਉਹਨਾਂ ਉੱਤੇ PhDs ਹੋਈਆਂ ਜੀ। ਕੀ ਇਹ ਸੌਖਾ ਸੀ ਉਹਨਾਂ ਦਾ ਜੀਵਨ? ਕਿਉਂਕਿ ਤੁਸੀਂ ਉਹਨਾਂ ਦੇ ਨਜ਼ਦੀਕੀ ਰਹੇ ਹੋ, ਤੇ ਉਹ ਤੋਂ ਬਾਅਦ ਆਪਾਂ ਇਸ ਗੱਲ ਦੇ ਨਾਲ ਜੋੜਾਂਗੇ ਵੀ ਅੱਜ ਦਾ ਕਿੰਨਾ ਕੁ ਜੀਵਨ ਜਿਹੜਾ ਉਹਨਾਂ ਦਾ ਕਠਿਨ ਰਿਹਾ। ਉਹਨਾਂ ਦੇ ਸੁਣਨ ਵਿੱਚ ਵੀ ਆਇਆ, ਕਿਉਂਕਿ ਮੈਂ ਕਾਫੀ ਛੋਟਾ ਸੀ ਜਦੋਂ ਦਾ ਮੇਰੀ ਦੀਦੀ ਨਾਲ ਸ਼ਾਦੀ ਹੋਈ। ਅੱਛਾ ਜੀ। ਤੇ ਕਾਫੀ ਗਰੀਬ ਪਰਿਵਾਰ ਵਿੱਚੋਂ, ਜਿਸ ਤਰ੍ਹਾਂ ਅਸੀਂ ਵੀ ਸਾਰੇ ਗਰੀਬ ਹੀ ਸੀ, ਜਿੱਦਾਂ ਅੱਗੇ ਇਸ ਤਰ੍ਹਾਂ ਰਿਸ਼ਤੇ ਹੁੰਦੇ ਸੀ ਜਾਂ ਜਿਵੇਂ ਜਿੰਨਾ ਤੋਂ, ਪਰ ਉਸ ਗਰੀਬੀ ਚੋਂ ਉੱਠ ਕੇ ਇੰਨੀ ਮਿਹਨਤ ਕਰਕੇ ਉਹਨਾਂ ਨੇ ਮਿਹਨਤ ਬਹੁਤ ਕੀਤੀ। ਉਹਨਾਂ ਨੇ ਉਸਤਾਦ ਜੀ ਜੋ ਜਿਨ੍ਹਾਂ ਕੋਲ ਸਿੱਖਦੇ ਸੀ, ਰਾਗੀ ਸਿੰਘਾਂ ਕੋਲੋਂ, ਬਾਅਦ ਵਿੱਚ ਉਹਨਾਂ ਨੇ ਗੁਲਾਮ ਅਲੀ ਸਾਹਿਬ ਨੂੰ ਵੀ ਸ਼ਾਗਿਰਦ ਆਪਣੇ ਉਸਤਾਦ ਬਣਾਇਆ ਤੇ ਕਾਫੀ ਬਰੀਕੀਆਂ ਸਿੱਖੀਆਂ। ਚਲੋ, ਪਰ ਕੀਰਤਨ ਦਾ ਬਾਣੀ ਦੇ ਨਾਲ ਉਹ ਜੁੜੇ ਰਹੇ। ਬੜਾ ਅੱਛਾ ਜੀਵਨ ਰਿਹਾ ਉਹਨਾਂ ਦਾ, ਚੰਗਾ ਜੀਵਨ। ਤੋਂ ਡਿਊਟੀ ਆਪਣੀ ਉਹਨਾਂ ਨੇ ਕੀਤੀ ਉੱਥੇ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚ। ਮੈਂ ਉਹਨਾਂ ਦਾ ਇਹੀ ਕਹਾਂਗਾ ਕਿ ਉਹਨਾਂ ਨੇ ਬਹੁਤ ਮਿਹਨਤ ਕਰਕੇ, ਚਾਹੇ ਉਹ 5ਵੀਂ ਪਾਸ ਸੀ, ਪਰ ਗੁਰਬਾਣੀ ਦੀ ਸੰਥਿਆ ਲਈ, ਗੁਰਬਾਣੀ, ਫਿਰ ਜ਼ਰੂਰੀ ਨਹੀਂ ਹੈ ਕਿ ਬਈ ਅਨਪੜ੍ਹ ਬੰਦਾ ਕੁਛ ਬਣ ਨਹੀਂ ਸਕਦਾ। ਬਹੁਤ ਸਾਰੀਆਂ ਐਗਜ਼ਾਮਪਲਾਂ ਨੇ, ਬਹੁਤ ਆਪਣੇ ਸੁਣਨ ਵਿੱਚ ਵੀ ਆਇਆ, ਅਸੀਂ ਸੁਣਦੇ ਵੀ ਸੀ ਕਿ ਆਪਣੇ ਰਾਸ਼ਟਰਪਤੀ ਸਾਹਿਬ ਜਿਹੜੇ ਸੀ ਗਿਆਨੀ ਜੈਲ ਸਿੰਘ ਜੀ ਵੀ, ਉਹ ਵੀ ਬਹੁਤ ਘੱਟ ਪੜ੍ਹੇ ਸੀ ਤੇ ਉਹ ਕਿੱਥੇ ਪਹੁੰਚੇ। ਇਹ ਮਿਹਨਤ ਹੈ, ਇਹ ਜ਼ਰੂਰੀ ਨਹੀਂ ਕਿ ਹਾਂ ਤੁਸੀਂ ਸੁਣ ਕੇ ਵੀ, ਤੁਸੀਂ ਪੜ੍ਹ ਕੇ ਵੀ, ਤੁਸੀਂ ਉਸ ਆਪਣੇ ਦਿਮਾਗ ਰਾਹੀਂ ਮਿਹਨਤ ਕਰਕੇ ਵੀ ਤੁਸੀਂ ਅੱਗੇ ਆ ਸਕਦੇ ਹੋ। ਸੋ ਉਹਨਾਂ ਨੇ ਬੜੀ ਮਿਹਨਤ ਕੀਤੀ, ਬਹੁਤ ਜ਼ਿਆਦਾ ਘਾਲਣਾ ਕੀਤੀ। ਕੋਈ ਇਹੋ ਜਿਹੀ ਘਟਨਾ ਸਾਨੂੰ ਯਾਦ ਹੋਵੇ ਬੜੀ ਜਿਹਨ ਜਿਹਾ ਉਹਨਾਂ ਦੇ ਨਾਲ ਸੰਬੰਧਿਤ? ਉਹਨਾਂ ਦੇ, ਅਸੀਂ ਜਦੋਂ ਜਮਾਲਪੁਰ ਅਸੀਂ ਛੋਟੇ ਸੀਗੇ ਜੀ, ਉਹ ਭਾਈ ਗੁਰਮੇਜ ਸਿੰਘ ਨੇ ਜਿਹੜੇ ਦਰਬਾਰ ਸਾਹਿਬ ਹਜੂਰੀ ਰਾਗੀ ਰਹੇ ਨੇ, ਹੁਣ ਰਿਟਾਇਰ ਹੋ ਗਏ ਨੇ, ਬਜ਼ੁਰਗ ਨੇ ਜੀ, ਸਾਡੇ ਬਹੁਤ ਉਸਤਾਦ ਰੂਪ ਰਾਗੀ ਨੇ ਜੀ, ਤੋਂ ਨੇਤਰਹੀਨ ਨੇ ਉਹ। ਅੱਛਾ ਜੀ। ਉਹ ਉਹਨਾਂ ਦੇ ਨਾਲ ਵੀ ਸਾਈਡ ਤੇ ਰਹੇ ਨੇ, ਕੀਰਤਨ ਕੀਤਾ ਉਹਨਾਂ ਨੇ। ਤੋਂ ਅੰਮ੍ਰਿਤਸਰ ਤੋਂ ਜਦੋਂ ਸਾਡੇ ਕੋਲ ਜਮਾਲਪੁਰ ਆਉਂਦੇ ਹੁੰਦੇ ਸੀ, ਲੁਧਿਆਣੇ ਸਮਰਾਲਾ ਚੌਂਕ ਤੱਕ ਬੱਸ ਆਉਂਦੀ ਸੀ। ਅੱਛਾ। ਤੋਂ ਫਿਰ ਉਹ ਬੱਸ ਸਟੈਂਡ ਚਲੇ ਜਾਂਦੀ ਸੀ, ਉਹ ਉੱਥੇ ਸਮਰਾਲਾ ਚੌਂਕ ਉਤਰ ਕੇ ਚੰਡੀਗੜ੍ਹ ਤੋਂ ਸਾਡਾ ਚੰਡੀਗੜ੍ਹ ਸਮਰਾਲਾ ਚੌਂਕ ਤੋਂ ਚੰਡੀਗੜ੍ਹ ਰੋਡ ਤੇ 2.5-3 ਕਿਲੋਮੀਟਰ ਦੂਰੀ ਤੇ ਸਾਡਾ ਪਿੰਡ ਹੈ। ਅੱਛਾ। ਜਮਾਲਪੁਰ। ਉਹ ਫਿਰ ਕਈ ਵਾਰੀ ਉੱਥੋਂ ਮਾਲੀ ਹਾਲਤ, ਪੈਸੇ ਘੱਟ ਹੋਣੇ ਤੇ ਜਾਂ ਸਮਝ ਲਓ ਸਾਧਨ ਵੀ ਨਹੀਂ ਸੀ ਹੁੰਦਾ, ਤੇ ਉਹ ਤੁਰ ਕੇ ਆਉਂਦੇ ਹੁੰਦੇ ਸੀ ਪੈਦਲ। ਤੇ ਉਹਨਾਂ ਨੇ ਅਕਸਰ ਆਣ ਕੇ ਕਹਿਣਾ, ਲਿਓ ਪਾਣੀ ਲਿਆਓ ਗਰਮ,
ਚਾਹ ਲਿਆਓ ਯਾਰ, ਥੱਕ ਗਏ, ਇੰਨੀ ਦੂਰ ਤੁਰ ਕੇ ਆਏ, ਤੁਹਾਡੇ ਪਿੰਡ ਨੂੰ ਤਾਂ ਕੋਈ ਸਾਧਨ ਵੀ ਨਹੀਂ ਤੇ ਨਾਲੇ ਸਾਡੇ ਕੋਲ ਪੈਸਾ ਵੀ ਨਹੀਂ। ਵੈਸੇ ਵੀ ਜੇ ਬੱਸ 'ਚ ਵੀ ਆਉਣਾ ਹੋਵੇ ਅੰਮ੍ਰਿਤਸਰ ਤੋਂ ਲੁਧਿਆਣਾ ਕਾਫੀ ਉਹ ਬਹੁਤ ਮੁਸ਼ਕਲ ਹੁੰਦਾ ਸੀ ਜੀ। ਉਦੋਂ ਸਮਾਂ ਐਸਾ ਸੀਗਾ 4-4.5 ਘੰਟੇ ਬੱਸ 5 ਘੰਟੇ ਲੈਂਦੀ ਹੁੰਦੀ ਸੀ ਅੰਮ੍ਰਿਤਸਰ ਤੋਂ ਲੁਧਿਆਣੇ ਆਉਣ ਵਾਸਤੇ। ਹਾਂਜੀ, ਇੰਨਾ ਟੁੱਟਾ ਰਸਤਾ, ਮਾੜਾ ਰਸਤਾ, ਤੇ ਉਹ ਕਿਤੇ ਖੜਨਾ ਵੀ ਬੱਸ ਨੇ, ਮਾੜਾ ਰਸਤਾ ਤੇ ਨਾਲ ਸਵਾਰੀਆਂ ਵੀ ਕਿੰਨਾ ਚਿਰ ਘੰਟਾ ਖੜੇ ਹੀ ਰਹਿਣਾ ਬੱਸ ਨੇ ਕਿਸੇ ਸਟੇਸ਼ਨ ਤੇ ਜਾਂ ਬੱਸ ਸਟੈਂਡ ਤੇ। ਤੋ ਉਹਨਾਂ ਨੇ ਇਹ ਬੜਾ ਕਹਿਣਾ ਯਾਰ ਬੜਾ ਚੱਲਣ ਦਿਆ, ਗਰੀਬੀ ਬੜੀ, ਇੰਨਾ ਤੁਰ ਕੇ ਆਏ ਹਾਂ, ਹੱਸਦਿਆਂ ਵੀ ਕਹਿਣਾ ਚਲੋ, ਪਰ ਬੜਾ ਸੰਘਰਸ਼ ਕੀਤਾ ਬੜਾ ਉਹਨਾਂ ਨੇ। ਤੇ ਇੱਕ ਵਾਰ ਸੰਘਰਸ਼ ਤੁਸੀਂ ਗੱਲ ਕਰਦੇ ਹੋ ਕਿ ਸੰਘਰਸ਼ ਉਹਨਾਂ ਨੇ ਕੀਤਾ ਜੀ, ਪਰ ਸ਼ਾਇਦ ਕਦੀ ਉਹਨਾਂ ਨੇ ਸੋਚਿਆ ਨਹੀਂ ਵੀ ਮੈਂ ਬਹੁਤ ਵੱਡੀ ਸ਼ੋਹਰਤ ਲੈਣੀ ਹੈ ਜੀ। ਪਰ ਦੂਜੇ ਪਾਸੇ ਕੁਝ ਇਹੋ ਜਿਹੇ ਵੀ ਹੈਗੇ ਆ, ਜਿੱਦਾਂ ਗੱਲ ਕਰਦੇ ਆਪਾਂ ਸੰਧੂ ਸਿਕੰਦਰ ਸਾਹਿਬ ਰਾਗੀ ਰਹੇ ਆ, ਕੀਰਤਨ ਨਾਲ ਜੁੜੇ ਰਹੇ ਆ, ਫਿਰ ਆਪਾਂ ਦੁਰਗਾ ਰੰਗੀਲਾ ਦੀ ਗੱਲ ਕਰ ਲੈਂਦੇ ਆ, ਦਲੇਰ ਮਹਿੰਦੀ ਉਹਨਾਂ ਦੀ ਗੱਲ ਕਰ ਲੈਂਦੇ ਆ ਵੀ ਜਿਨ੍ਹਾਂ ਨੇ ਦੇਖਿਆ ਵੀ ਇਹਦੇ ਵਿੱਚ ਤਾਂ ਕੋਈ ਪ੍ਰਾਪਤੀ ਨਹੀਂ, ਪੈਸੇ ਪੱਖੋਂ ਵੀ ਕੋਈ ਪ੍ਰਾਪਤੀ ਨਹੀਂ, ਪੈਸੇ ਪੱਖੋਂ ਵੀ ਕੋਈ ਏਡੀ ਵੱਡੀ ਮਦਦ ਨਹੀਂ ਦਿੱਤੀ ਜਾਂਦੀ, ਤੇ ਜਿਹੜੀ ਸ਼ੌਹਰਤ ਦੇ ਪੱਖੋਂ ਜਾਂ ਸਤਿਕਾਰ ਜਿਹਦੇ ਪੱਖੋਂ ਉਹਦੇ ਵਿੱਚ ਵੀ ਸਾਡੇ ਵੱਲੋਂ ਕਮੀਆਂ ਜਿਹੜੀਆਂ ਬਹੁਤ ਰਹਿ ਗਈਆਂ। ਤੇ ਉਹਨਾਂ ਨੇ ਆਪਣਾ ਜਿਹੜਾ ਉਹ ਗਾਇਕੀ ਸੀ ਉਹਦਾ ਇੱਕ ਜਿਹੜਾ ਢੰਗ ਆ ਉਹ ਬਦਲ ਲਿਆ। ਤੁਹਾਨੂੰ ਕੀ ਲੱਗਦਾ ਆ ਵੀ ਤੁਹਾਡੇ ਵੀ ਕਦੀ ਇਦਾਂ ਮਨ 'ਚ ਆਇਆ? ਮੈਂ ਪਹਿਲਾਂ ਤਾਂ ਉਹਨਾਂ ਦੀ ਗੱਲ ਕਰਾਂ, ਕਿਉਂਕਿ ਉਸ ਇੱਕ ਜਿਹੜੇ ਇਸ ਲਾਈਨ ਨੂੰ, ਕੀਰਤਨ ਦੀ ਲਾਈਨ ਨੂੰ ਛੱਡ ਕੇ ਕਲਾਕਾਰ ਬਣੇ। ਹਾਂਜੀ, ਠੀਕ ਆ, ਸਾਡਾ ਸਮਾਜ ਉਹਨਾਂ ਨੂੰ ਇਸ ਲਾਈਨ ਨੂੰ ਬਹੁਤਾ ਅੱਛਾ ਨਹੀਂ ਸਮਝਦਾ, ਬਹੁਤਾ ਸਤਿਕਾਰ ਨਹੀਂ ਮਿਲਦਾ, ਪੈਸਾ ਨਹੀਂ ਮਿਲਦਾ। ਤੇ ਕਈ ਵਾਰ ਕਮੇਟੀਆਂ ਜਾਂ ਕੋਈ ਲੋਕਲ ਕਮੇਟੀ ਹੋਵੇ, ਕੋਈ ਰਾਗੀ ਸਿੰਘ ਕੀਰਤਨ ਕਰਨ ਵਾਲਾ, ਉਹਨੂੰ ਉਹਦਾ ਬਣਦਾ ਬਹੁਤਾ ਮਿਹਨਤਾਂ ਨਾਲ ਮਿਲਦਾ ਨਹੀਂ ਹੈ। ਬਹੁਤਾ ਘਾਟ ਇਹ ਹੈ ਕਿ ਅੱਜ ਦਾ ਰਾਗੀ ਪ੍ਰਚਾਰਕ ਆਪਣਾ ਇਸੇ ਕਰਕੇ ਬੱਚੇ ਨੂੰ ਗਾਂ ਲਾਈਨ 'ਚ ਪਾਉਂਦਾ ਨਹੀਂ। ਤੋ ਸਬਰ ਸੰਤੋਖ, ਦੂਸਰੀ ਗੱਲ ਮੈਂ ਜਿਵੇਂ ਕਿਹਾ ਕਿ ਕਲਾਕਾਰ ਇੱਕ ਸਬਰ ਸੰਤੋਖ ਦੀ ਗੱਲ ਹੁੰਦੀ ਹੈ। ਹੁਣ ਗਰੀਬੀ ਤਾਂ ਭਾਈ ਸਾਹਿਬ ਕੋਲ ਵੀ ਬਹੁਤ ਸੀ ਜੀ, ਸਾਡੇ ਘਰ 'ਚ ਵੀ ਬਹੁਤ ਗਰੀਬੀ ਸੀ। ਮਨ ਕਰਦਾ ਵਾ ਕਿ ਜਿਵੇਂ ਉਹ ਇੰਨੀ ਦੁਨੀਆ ਉਹਨਾਂ ਨੂੰ ਸੁਣਨ ਆਉਂਦੀ, ਕਲਾਕਾਰਾਂ ਨੂੰ ਜਿਵੇਂ ਖਾੜੇ ਲੱਗਦੇ ਹੁੰਦੇ ਸੀ, ਮਨ ਕਰਦਾ ਸੀ ਕਿ ਅਸੀਂ ਵੀ ਉਸ ਲਾਈਨ ਨੂੰ ਇਖਤਿਆਰ ਕਰੀਏ। ਇੱਕ ਸਬਰ ਸੰਤੋਖ ਦੀ ਮੈਂ ਗੱਲ ਕਰ ਰਿਹਾ ਕਿ ਵੀ ਉਹਨੇ ਵਿੱਚ ਹੀ ਖੁਸ਼ ਰਹਿਣਾ। ਰਾਗੀ ਸਿੰਘ ਜੋ ਕੀਰਤਨ ਕਰਦੇ ਨੇ ਅੱਜ ਵੀ, ਚਾਹੇ ਘੱਟ ਮਿਲੇ ਵੱਧ ਮਿਲੇ, ਉਹ ਸਬਰ ਸੰਤੋਖ 'ਚ ਰਹਿੰਦੇ ਨੇ ਜੀ, ਭਾਣੇ ਨੂੰ ਮੰਨਦੇ ਨੇ। ਮੈਂ ਇਹ ਗੱਲ ਕਹਾਂਗਾ। ਤੋ ਭਾਈ ਸਾਹਿਬ ਨੇ ਵੀ ਮੰਨਿਆ, ਉਹਨਾਂ ਨੇ ਉਸ ਲਾਈਨ ਦੇ ਵਿੱਚ ਹੀ ਸਟਰਗਲ ਕਰਕੇ ਉਸ ਕੀਰਤਨ ਰਾਹੀਂ ਇੰਨੀ ਦੁਨੀਆ 'ਚ ਨਾਮ ਕਮਾਇਆ। ਮੇਰਾ ਵੀ ਮਨ ਕੀਤਾ ਸੀ, ਤੇ ਸਾਰਿਆਂ ਦਾ ਉਹ ਕਹਿੰਦੇ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ ਜੀ। ਅਸੀਂ ਵੀ ਛਾਲਾਂ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਸਾਡਾ ਮਨ ਨਹੀਂ ਸੀ। ਕੁਝ ਸਮਾਂ ਜੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਮੈਂ ਕਹਾਂ, ਕਿਉਂਕਿ ਕੁਲਦੀਪ ਮਾਨਕ ਸਾਹਿਬ ਦਾ ਇਸ ਦੁਨੀਆ ਦੇ ਵਿੱਚ ਬਹੁਤ ਅੱਛਾ ਨਾਮ ਹੈ। ਲੋਕ ਤੱਥ ਉਹਨਾਂ ਨੇ, ਲੋਕਲੀਆਂ ਗਾਈਆਂ ਨੇ, ਅੱਛਾ ਗਾਇਆ ਵਾ। ਹੋ ਸਕਦਾ ਕੋਈ ਵਿੱਚ ਗੀਤ ਕੋਈ ਇਸ ਤਰ੍ਹਾਂ ਵੀ ਗਾਇਆ ਹੋਵੇ, ਲੱਚਰ ਵੀ ਗਾਇਆ ਹੋਵੇ, ਪਰ ਜ਼ਿਆਦਾ ਉਹਨਾਂ ਦਾ ਸੱਭਿਆਚਾਰਕ ਨਾਲ ਗੀਤ ਹੁੰਦੇ ਸੀਗੇ, ਕਲੀਆਂ, ਮਿਰਜ਼ਾ, ਇਸ ਤਰ੍ਹਾਂ। ਮੈਂ ਉਹਨਾਂ ਨਾਲ ਕੁਝ ਸਮਾਂ ਲਾਇਆ, ਕੋਸ਼ਿਸ਼ ਕੀਤੀ, ਪਰ ਮੇਰਾ ਮਨ ਅੰਦਰੋਂ, ਔਰ ਮੇਰੀ ਮਾਤਾ ਪਿਤਾ ਸਾਡੇ ਘਰ ਵਿੱਚ ਕੀਰਤਨ ਸੀ, ਸਾਡਾ ਮਨ ਨਹੀਂ ਸੀ ਉੱਥੇ। ਅਸੀਂ ਜਾਂਦੇ ਸੀਗੇ, ਪਰ ਥੋੜ੍ਹਾ ਮਹਿਸੂਸ ਹੋਣਾ, ਜਾਣਾ ਤਾਂ ਨਾਲ ਉਹਨਾਂ ਦੇ ਜ਼ਰੂਰ, ਗੱਡੀ ਚਲਾਉਣੀ ਸਾਈਡ 'ਤੇ। ਮੈਂ ਇੱਕ ਧਾਰਮਿਕ ਗੀਤ ਮੇਰੇ ਤੋਂ ਗਵਾਉਂਦੇ ਹੁੰਦੇ ਸੀ ਕੁਲਦੀਪ ਮਾਨਕ ਸਾਹਿਬ, ਤੋ ਸ਼ੁਰੂਆਤ ਮੈਂ ਕਰਦਾ ਰਿਹਾ ਗੀਤ ਦੇ ਸਟੇਜ ਦੀ। ਤੋ ਪਰ ਸਾਡਾ ਮਨ ਨਹੀਂ ਸੀ, ਅਸੀਂ ਪਰ ਉਹ ਲਾਈਨ ਨੂੰ ਫਿਰ ਅਸੀਂ, ਸਾਡੇ ਪਿਤਾ ਜੀ ਸਾਰੇ ਉਹ ਵੀ ਨਾਰਾਜ਼ ਰਹਿੰਦੇ ਸੀ, ਸਾਡਾ ਮਨ ਉਖੜਿਆ ਰਹਿੰਦਾ ਸੀ ਕਿ ਨਹੀਂ ਯਾਰ, ਅਸੀਂ ਕੀਰਤਨ ਕਰਨਾ, ਅਸੀਂ ਕੀਰਤਨ ਵੱਲ ਹੀ ਜਾਣਾ, ਚਾਹੇ ਕੁਛ ਨਾ ਮਿਲੇ ਕੋਈ ਗੱਲ ਨਹੀਂ। ਉਹ ਕਲਗੀਧਰ ਗੁਰਦੁਆਰਾ ਸਾਹਿਬ ਅਸੀਂ 600 ਰੁਪਏ ਤੇ 700 ਰੁਪਏ ਤੇ ਡਿਊਟੀ ਕੀਤੀ ਹੈ ਜੀ। ਉਸ ਜਗ੍ਹਾ ਤੋਂ ਫਿਰ ਅਸੀਂ ਬੰਬੇ ਵੀ ਮੈਂ ਤਬਲਾ ਵਜਾਇਆ, ਜਾਣੀ ਗਰੀਬੀ ਦੇ ਵਿੱਚ ਹੀ, ਕੋਈ ਬਹੁਤਾ ਪੈਸਾ ਨਹੀਂ ਸੀ ਮਿਲਦਾ। ਫਿਰ ਮੈਂ ਭਾਈ ਨਰਿੰਦਰ ਸਿੰਘ ਜਵੱਦੀ ਕਲਾਂ ਵਾਲੇ, ਉਹਨਾਂ ਨਾਲ ਸ਼ੁਰੂਆਤ ਉੱਥੇ ਜਵੱਦੀ ਟਕਸਾਲ ਰਿਹਾ। ਉੱਥੇ ਭੰਵਰਾ ਸਾਹਿਬ ਮੇਰੇ ਗੁਰੂ ਜੀ, ਉਹਨਾਂ ਤੋਂ ਕੀਰਤਨ ਸਿੱਖਿਆ ਮੈਂ। ਫਿਰ ਉਹ ਜਿੱਦਾਂ ਚੱਲਦਾ ਅਸੀਂ ਆਏ, ਪਰ ਕਹਿਣ ਤੋਂ ਭਾਵ ਵੀ ਅਸੀਂ ਕੀਰਤਨ ਨੂੰ ਹੀ ਆਪਣਾ ਮੁੱਖ ਸਮਝਿਆ, ਚਾਹੇ ਇਹਦੇ ਵਿੱਚ ਕੁਝ ਮਿਲੇ ਚਾਹੇ ਨਾ ਮਿਲੇ। ਮੈਂ ਇੱਕ ਹੋਰ ਗੱਲ ਕਹਾਂ, ਮੇਰੇ, ਚਲੋ ਤੁਸੀਂ ਕਹੋਗੇ ਕਿ ਉਹ ਆਪਣੀ ਗੱਲ ਲੈ ਕੇ ਵਿੱਚ ਬਹਿ ਗਏ। ਮੇਰੇ ਪਿਤਾ ਜੀ ਨੇ ਸਾਨੂੰ ਇੱਕ ਵਾਰੀ ਅਸੀਂ ਪ੍ਰੋਗਰਾਮ ਕਰਕੇ ਆਏ, ਤੇ ਅਸੀਂ ਪਿਤਾ ਜੀ ਨੂੰ ਆਪਣੇ ਉਸ ਪ੍ਰੋਗਰਾਮ ਵਿੱਚੋਂ ਪੈਸੇ ਦਿੱਤੇ ਕੁਝ,
ਤੋਂ ਪੈਸੇ ਉਹਨਾਂ ਨੇ ਪਰੇ ਸਿੱਟ ਦਿੱਤੇ, ਕਹਿੰਦੇ ਮੈਨੂੰ ਇਹ ਕਮਾਈ ਨਹੀਂ ਤੇਰੀ ਚਾਹੀਦੀ। ਜਿਹੜਾ ਤੁਸੀਂ ਕੁਲਦੀਪ ਮਾਨਕ ਕੁਲਦੀਪ ਮਾਨਕ ਨੂੰ, ਅੱਛਾ ਜੀ। ਉਹ ਕਹਿੰਦੇ ਇਹ ਤੇਰੀ ਕਮਾਈ ਨਹੀਂ ਮੈਨੂੰ ਚਾਹੀਦੀ। ਤੇ ਮੈਨੂੰ ਤੇ ਮੇਰੇ ਬ੍ਰਦਰ ਨੂੰ ਕਹਿੰਦੇ ਵੀ ਗੱਲ ਸੁਣੋ, ਅੱਜ ਤੁਹਾਨੂੰ ਇੱਕ ਗੱਲ ਕਹਿ ਦਿੰਦਾ ਜੀ, ਚਾਹੇ ਕਹਿੰਦੇ ਕੁਲਦੀਪ ਮਾਨਕ ਨਾਲ ਲੱਗ ਜਾਓ, ਚਾਹੇ ਆਪ ਕਰੋ, ਜਿੰਨੀ ਦੇਰ ਤੱਕ ਤੁਸੀਂ ਗੰਦੇ ਗੀਤ ਗਾਓਗੇ ਪੰਜਾਬ ਨਹੀਂ ਟੱਪੋਗੇ, ਤੇ ਜਿੱਦਣ ਤੁਸੀਂ ਦੁਬਾਰੇ ਕੀਰਤਨ ਕਰੋਗੇ ਦੁਨੀਆ ਘੁੰਮੋਗੇ। ਇਹ ਅੱਜ ਆਪ ਜੀ ਦੇ ਸਾਹਮਣੇ ਹੈ। ਮੈਂ 2 ਮੇਰੇ ਟੂਰ ਇੱਥੋਂ ਦੇ ਹੋ ਗਏ ਨੇ, 5 ਟੂਰ ਮੇਰੇ ਕੈਨੇਡਾ ਦੇ। ਤੇ ਉਸ ਤੋਂ ਬਾਅਦ ਅਸੀਂ ਕੀਰਤਨ ਕਰਨ ਲੱਗ ਪਏ ਸੀ। ਅਸੀਂ ਕੁਛ ਨਹੀਂ ਦੇਖਿਆ, ਚਾਹੇ ਗਰੀਬੀ ਆ ਕੁਛ ਹੈ, ਚਾਹੇ ਕੀਰਤਨ ਕੀਤਾ। ਤੇ ਉਹਨਾਂ ਦੀ ਪਿਤਾ ਜੀ ਦੀ ਅੱਜ ਗੱਲ ਸਾਨੂੰ ਯਾਦ ਆਉਂਦੀ ਹੈ, ਜਿੱਥੇ ਵੀ ਜਾਂਦੇ ਆ ਉਹ ਮਨ ਵਿੱਚ ਹੁੰਦੀ ਹੈ ਵੀ ਯਾਰ ਕਿੱਡੀ ਕਿੱਡੀ ਦੁਨੀਆ ਦੇ ਵਿੱਚ ਅਸੀਂ ਸਾਡੇ ਵਿੱਚ ਇਹ ਨਹੀਂ ਸੀ ਜੀ। ਤੇ ਉਹਨਾਂ ਦਾ ਵੀ ਜੀਵਨ, ਭਾਈ ਸਾਹਿਬ ਦਾ ਵੀ ਇਦਾਂ ਹੀ ਰਿਹਾ ਜੀਵਨ ਜੀ। ਵੀ ਇਹ ਉਸ ਜਗ੍ਹਾ ਤੇ ਪਹੁੰਚ ਨਹੀਂ ਸਕਦੇ ਜਿਸ ਜਗ੍ਹਾ ਤੇ ਅਸੀਂ ਸੋਚਿਆ ਨਹੀਂ ਸੀ ਕਦੇ। ਕੈਨੇਡਾ ਦੀ ਧਰਤੀ ਤੇ ਹਜ਼ੂਰੀ ਰਾਗੀ ਰਹੇ ਹੋ ਸ਼੍ਰੀ ਦਰਬਾਰ ਸਾਹਿਬ? ਹਾਂਜੀ, ਨਹੀਂ ਮੈਂ ਮੌਜੂਦਾ ਹਜ਼ੂਰੀ ਰਾਗੀ ਹਾਂ। ਅੱਛਾ, ਤੁਸੀਂ ਹੁਣ ਵੀ ਹਾਂਜੀ ਡਿਊਟੀ ਨਿਭਾਉਂਦੇ ਹੋ? ਹਾਂਜੀ, ਉੱਥੇ ਵੀ ਮੈਂ ਹਜ਼ੂਰੀ ਰਾਗੀ ਹਾਂ। ਉੱਥੋਂ ਅਸੀਂ ਛੁੱਟੀ ਲੈ ਕੇ ਆਏ ਹੋਏ ਹਾਂ। ਅੱਛਾ ਜੀ। ਪਿਛਲੇ ਸਾਲ ਵੀ ਇੱਥੇ ਸੀ ਤੁਹਾਡੇ ਬ੍ਰਿਸਬੇਨ। ਅੱਛਾ ਜੀ। ਹਾਂਜੀ, ਤੇ ਲੋਗਨ ਰੋਡ। ਤੇ ਹੁਣ ਵੀ ਇੱਥੋਂ ਦੇ ਹਜ਼ੂਰੀ ਰਾਗੀ ਆ, ਜਿੱਥੋਂ ਇਹ ਕੀਰਤਨ ਕਰੀਏ ਉੱਥੋਂ ਦੇ ਹਜ਼ੂਰੀ ਰਾਗੀ ਹੁੰਦੇ। ਹਾਂਜੀ ਹਾਂਜੀ, ਠੀਕ ਹੈ। ਹਾਂਜੀ। ਤੇ ਖੈਰ, ਜਿਹਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਜਿਹਦਾ ਕਿ ਮੇਨ ਕੰਮ ਹੈਗਾ ਕਿ ਲੋਕਾਂ ਤੱਕ ਪ੍ਰਚਾਰ ਵੀ ਕਰਨਾ, ਧਰਮ ਪ੍ਰਚਾਰ ਕਮੇਟੀ ਵੀ ਬਣੀ ਹੋਈ ਆ। ਤੇ ਨਾਲ ਜਿੱਦਾਂ ਤੁਸੀਂ ਗੱਲ ਕੀਤੀ ਕਿ ਬਹੁਤ ਸਾਰੇ ਜਿਹੜੇ ਕੀਰਤਨੀਏ ਸ਼ੁਰੂ ਵੀ ਹੁੰਦੇ ਆ, ਬਾਅਦ ਦੇ ਵਿੱਚ ਬਣਦਾ ਸਤਿਕਾਰ ਨਹੀਂ ਦਿੱਤਾ ਜਾਂਦਾ ਜਾਂ ਮਿਹਨਤਾਨਾ ਨਹੀਂ ਦਿੱਤਾ ਜਾਂਦਾ। ਪਰ ਨਾਲ ਕਈ ਵਾਰੀ ਨਰਿੰਜਨ ਆਪਣੇ ਨਿਰਮਲ ਸਿੰਘ ਜੀ ਉਹਨਾਂ ਨੇ ਵੀ ਕਈ ਵਾਰੀ ਸਵਾਲ ਜਿਹੜੇ ਉਠਾਏ ਕਿ ਪ੍ਰੋਪਰ ਜਿਹੜੀ ਗਾਈਡੈਂਸ, ਪ੍ਰੋਪਰ ਜਿਹੜੀ ਐਜੂਕੇਸ਼ਨ ਰਾਗਾਂ ਦੀ ਜਾਂ ਮਹਾਰਤ ਵਾਲੇ ਬੰਦੇ ਜਿਹੜੇ ਆ ਉਹ ਚੁਣੇ ਨਹੀਂ ਜਾਂਦੇ ਜੀ। ਇਹਦੇ ਵਿੱਚ ਕਿੱਥੇ ਕਮੀਆਂ ਤੁਹਾਨੂੰ ਲੱਗਦੀਆਂ ਆ ਵੀ ਆਹ ਕਮੀਆਂ ਹੈਗੀਆਂ ਤੇ ਕਿੱਦਾਂ ਦੂਰ ਕੀਤਾ ਜਾ ਸਕਦਾ, ਜਾਂ ਜਿਹੜੇ ਸਿੱਖ ਪਰਿਵਾਰਾਂ ਦੇ ਬੱਚੇ ਆ ਉਹਨਾਂ ਨੂੰ ਕਿੱਦਾਂ ਲਿਆ ਸਕਦੇ ਆ ਆਪਾਂ ਫੇਰ ਗੁਰਬਾਣੀ ਦੇ ਵੱਲ ਨੂੰ? ਦੇਖੋ, ਪ੍ਰਚਾਰ ਬਹੁਤ ਹੋ ਰਿਹਾ, ਸੰਗੀਤ ਅਕੈਡਮੀਆਂ ਬਹੁਤ ਨੇ, ਚਾਹੇ ਸੰਗੀਤ ਅਕੈਡਮੀ ਆ, ਚਾਹੇ ਉਹ ਇਸ ਵਰਗ ਵੱਲ, ਇਸ ਖੇਤਰ ਵਿੱਚ ਤਕਰੀਬਨ ਜਿਹੜਾ ਗਰੀਬ ਬੱਚਾ ਵਾ ਨਾ, ਗਰੀਬ ਬੰਦਾ, ਉਹ ਉੱਥੇ ਜਾ ਕੇ ਸਿੱਖਣ ਪੈਂਦਾ ਜੀ। ਜਿਸ ਤੱਕ ਮੇਰੀ ਜ਼ਿਆਦਾਤਰ ਇਸ ਤਰ੍ਹਾਂ ਹੁੰਦਾ ਹੈ। ਤੇ ਜਿਹੜੇ ਅੱਛੇ ਜਿਹੜੇ ਪਰਿਵਾਰ ਸਹਿੰਦੇ ਨੇ ਉਹਨਾਂ ਦੇ ਉਹ ਤਾਂ ਬੱਚੇ 4-4 5-5 ਲੱਖ ਲਾਓ ਤੇ ਕਿਸੇ ਦਾ ਗਾਣਾ ਗਾਓ ਤੇ ਇਸ ਤਰ੍ਹਾਂ ਸਿੱਖਣ ਦੀ ਵੀ ਜ਼ਰੂਰਤ ਹੈ। ਉਹਨਾਂ ਨੂੰ ਸਿੱਖਣ ਦੀ ਬਹੁਤੀ ਜ਼ਰੂਰਤ ਨਹੀਂ ਪੈਂਦੀ। ਸਿੱਖ ਕੇ ਵੀ ਆਉਂਦੇ ਨੇ ਬੜੇ ਅੱਛੇ ਕਲਾਕਾਰ। ਮੈਂ ਨਹੀਂ ਕਹਾਂਗਾ, ਬੜੇ ਗੁਣੀ ਗਿਆਨੀ ਬੰਦੇ ਨੇ, ਬੜੇ ਅੱਛੇ ਰਾਗੀ ਸਿੰਘ ਵੀ ਬਹੁਤ ਅੱਛੇ ਨੇ, ਅਮੀਰ ਵੀ ਨੇ। ਅੱਛਾ। ਜਿਹੜੇ ਤੇ ਪਹਿਲਾਂ ਹੀ ਸੈਟਲ ਨੇ ਉਹ ਬੱਚਿਆਂ ਨੂੰ ਪਾ ਸਕਦੇ ਨੇ ਇਸ ਲਾਈਨ 'ਚ ਜੀ, ਕਿਉਂਕਿ ਉਹਨਾਂ ਕੋਲ ਪੈਸਾ, ਅੱਜ ਦਾ ਮੀਡੀਆ ਹੈ, ਪੈਸਾ ਲਾ ਕੇ ਆਪਣੇ ਬੱਚੇ ਦੀ ਟੇਪ ਕਰਾ ਕੇ, CD ਕਰਾ ਕੇ ਅੱਜ ਉਹ ਰਾਗੀ ਸਿੰਘ ਕੀਰਤਨ ਕਰਵਾ ਸਕਦੇ ਨੇ ਜੀ। ਤੋ ਜਿਹੜੇ ਪਰਿਵਾਰ ਗੁਰਬਾਣੀ ਨਾਲ ਜੁੜੇ ਨੇ, ਕੀਰਤਨ ਨਾਲ ਜੁੜੇ ਨੇ, ਤੇ ਸਹਿੰਦਾ ਪਰਿਵਾਰ ਹੈ, ਉਹ ਇਸ ਪਾਸੇ ਲਾ ਦਿੰਦਾ ਵਾ। ਜਿਹੜਾ ਗਰੀਬ ਬੱਚਾ ਵਾ ਉਹ ਬਹੁਤਾ ਸਿੱਖ ਕੇ ਅੱਗੇ ਆ ਨਹੀਂ ਰਿਹਾ, ਕਿਉਂਕਿ ਹੁਣ ਉਹ ਸਮਾਂ ਨਹੀਂ ਰਹਿ ਗਿਆ ਕਿ ਸੁਣ ਕੇ ਤੁਸੀਂ ਉਸ ਬੰਦੇ ਨੂੰ, ਉਹਦੀ ਆਵਾਜ਼, ਉਹਦਾ ਸੁਣ ਕੇ ਤੁਸੀਂ ਉਹਨੂੰ ਰਿਕਾਰਡ ਕਰੋਗੇ ਜਾਂ ਉਹਨੂੰ ਮੌਕਾ ਦਿਓਗੇ ਜੀ। ਬਿਲਕੁਲ, ਇਹ ਬਹੁਤ ਘੱਟ ਹੋ ਰਿਹਾ ਜੀ। ਸੋ ਇਸ ਕਰਕੇ ਗੁਰਦੁਆਰਿਆਂ ਵਿੱਚੋਂ ਕੀ ਕਿਸੇ ਨੇ ਅੱਛਾ ਪਲੇਟਫਾਰਮ, ਕਿਸੇ ਨੂੰ ਕੀ ਮਿਲਣਾ ਜੀ। ਜਿੰਨੀ ਦੇਰ ਤੱਕ ਜਿਵੇਂ ਤੁਹਾਡਾ ਮੀਡੀਆ, ਜਿਵੇਂ ਤੁਸੀਂ ਅੱਜ ਮੈਨੂੰ ਬੁਲਾਇਆ ਵਾ, ਅਸੀਂ ਆਣ ਕੇ ਆਪਣੀ ਗੱਲ ਦੱਸੀ ਹੈ, ਤਾਂ ਬਹੁਤ ਸਾਰੇ ਗਰੀਬ ਪਰਿਵਾਰਾਂ ਵਿੱਚੋਂ ਬੱਚੇ ਕੀਰਤਨ ਸਿੱਖ ਰਹੇ ਨੇ। ਪਰ ਮੈਂ ਮੁਸ਼ਕਿਲ ਇੱਥੇ ਹੈ ਕਿ ਸਾਡੀ ਜਿਹੜੀ ਏਡੀ ਵੱਡੀ ਸੰਸਥਾ ਵਾ, ਅਗਰ ਉਹ ਬਹੁਤ ਇਸ ਚੀਜ਼ ਨੂੰ ਇੱਕ ਅੱਛਾ ਪਲੇਟਫਾਰਮ ਬਣਾਉਣ, ਜਿਵੇਂ ਅੱਜ ਜ਼ਰੂਰਤ ਪੈ ਰਹੀ ਹੈ, ਜਿਵੇਂ ਅੱਛੇ ਹਸਪੀਟਲਾਂ ਦੀ, ਅੱਛੇ ਐਜੂਕੇਸ਼ਨ ਯੂਨੀਵਰਸਿਟੀਆਂ ਦੀ, ਤੇ ਮੈਂ ਸਮਝਾਂਗਾ ਕਿ ਜੇ ਇਹ ਇਸੇ ਪਾਸੇ ਸੰਗਤ ਨੂੰ ਲਾਉਣਾ ਵਾ, ਜੇ ਇਸੇ ਪਾਸੇ ਆਪਣੇ ਬੱਚਿਆਂ ਨੂੰ ਲਾਉਣਾ ਵਾ, ਤੇ ਫਿਰ ਬਹੁਤ ਵੱਡਾ ਇੱਕ ਤਾਂ ਹੌਸਲਾ ਰੱਖਣਾ ਪਏਗਾ, ਤੇ ਜਾਂ ਸ਼੍ਰੋਮਣੀ ਕਮੇਟੀ ਬਹੁਤ ਅੱਗੇ ਵੱਧ ਕੇ ਚੜ੍ਹ ਕੇ ਇਹ ਕੰਮ ਕਰੇ, ਫਿਰ ਸਾਡੇ ਬੱਚੇ ਉਸ ਲਾਈਨ ਦੇ ਵਿੱਚ ਆ ਸਕਦੇ ਨੇ। ਇੱਥੇ ਇੱਕ ਸਵਾਲ ਇਹ ਵੀ ਉੱਠ ਜਾਂਦਾ, ਤੁਸੀਂ ਜਿੱਦਾਂ ਦੱਸਿਆ ਵੀ ਪ੍ਰਚਾਰ ਤਾਂ ਬਹੁਤ ਹੋ ਰਿਹਾ, ਪਰ ਇੱਕ ਪਾਸੇ ਇਹ ਹੋ ਗਿਆ ਕਿ ਹੁਣ ਜਿੱਦਾਂ ਮੇਰੇ ਵਰਗੇ ਵੀ ਲੋਕ ਹੈਗੇ ਆ, ਪਤਿਤ ਹੈਗੇ ਆ, ਜਿਹੜੇ ਕਿ ਕੇਸ ਨਹੀਂ ਰੱਖੇ ਹੋਏ ਪਰ ਦਿਲੋਂ ਸਿੱਖ ਨੇ, ਗੁਰਬਾਣੀ ਦੇ ਵਿੱਚ ਵਿਸ਼ਵਾਸ ਰੱਖਦੇ ਨੇ। ਬਹੁਤ ਸਾਰੇ ਲੋਕਾਂ ਨੂੰ ਹੋਣਾ ਵੀ ਸਿੰਘ ਸਾਹਿਬ ਦੀ ਜਿਹੜੀ ਇੰਟਰਵਿਊ ਆ, ਉਹ ਇੱਕ ਜਿਹੜਾ ਮੋਨਾ ਬੰਦਾ ਇੰਟਰਵਿਊ ਕਰ ਰਿਹਾ, ਇਹ ਸਵਾਲ ਹੋ ਜਾਂਦੇ ਆ ਜੀ। ਪਰ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੇ ਸਾਡੇ ਵਰਗੇ ਵੀ ਲੋਕ ਹੈਗੇ ਜਾਂ ਸਾਡੇ ਜਿਹੜੇ ਬੱਚੇ ਹੈਗੇ ਆ,
ਉਹਨਾਂ ਨੂੰ ਵੀ ਕੀਰਤਨ ਸਿਖਾਇਆ ਜਾ ਸਕਦਾ, ਉਹਨਾਂ ਨੂੰ ਤਾਂ ਹੀ ਆਪਾਂ ਲਾ ਸਕਦੇ ਹਾਂ ਜੇ ਉਹਨਾਂ ਨੂੰ ਵੀ ਅਧਿਕਾਰ ਦਿੱਤਾ ਜਾਵੇ, ਜਾਂ ਉਹਨੂੰ ਪਹਿਲੇ ਮੋੜ ਦਿੱਤਾ ਜਾਵੇ ਵੀ ਨਹੀਂ ਵੀ ਤੂੰ ਤਾਂ ਸਿੱਖ ਹੀ ਨਹੀਂ ਸਕਦਾ, ਜੀ, ਜੀ, ਤੇਰੇ ਲਈ ਪਹਿਲਾਂ ਜ਼ਰੂਰੀ ਆ ਕਿ ਕੇਸਾਧਾਰੀ ਜਿਹੜਾ ਹੋਣਾ। ਜੀ ਤੁਹਾਨੂੰ ਕੀ ਲੱਗਦਾ ਆ ਵੀ ਇਹ ਆਪਾਂ ਜੋੜ ਸਕਦੇ ਬੱਚੇ, ਚਾਹੇ ਉਹ ਮੋਨਾ ਵੀ ਹੋਵੇ, ਉਹਨੂੰ ਵੀ ਕੀਰਤਨ ਦੇ ਨਾਲ ਲਾ ਸਕਦੇ? ਬਿਲਕੁਲ ਜੀ, ਬਿਲਕੁਲ ਜੋੜ ਸਕਦੇ ਹਾਂ। ਔਰ ਕੀਰਤਨ ਸਿੱਖਣਾ ਇਹ ਆਪਣੀ ਮਰਜ਼ੀ ਹੈ ਜੀ, ਕੋਈ ਉਹਦੇ ਵਿੱਚ ਕੋਈ ਉਹ ਨਹੀਂ ਹੈਗਾ ਵੀ ਬੰਦਿਸ਼ ਥੋੜਾ ਹੈ ਕੋਈ ਵੀ। ਤੁਸੀਂ ਮੋਨੇ ਹੋ ਤਾਂ ਜਾਂ ਤੁਸੀਂ ਕੋਈ ਹੋਰ ਧਰਮ ਦੇ ਨਾਲ ਸੰਬੰਧਿਤ ਹੋ, ਤੇ ਜੇ ਤੁਹਾਨੂੰ ਕੀਰਤਨ ਚੰਗਾ ਲੱਗਦਾ ਤੁਸੀਂ ਕੀਰਤਨ ਸਿੱਖੋ ਜੀ। ਜ਼ਰੂਰੀ ਗੱਲ ਜਿਹੜੀ ਇਹ ਆ ਵੀ ਜਿਵੇਂ ਕੀਰਤਨ ਦੇ ਵਿੱਚ ਪਰੰਪਰਾ ਵਾ, ਜਿਵੇਂ ਦਰਬਾਰ ਸਾਹਿਬ ਦੀ ਪਰੰਪਰਾ ਵਾ ਕਿ ਉੱਥੇ ਸਹਿਜਧਾਰੀ ਕੀਰਤਨ ਇਹ ਜਦੋਂ ਤੋਂ ਦੁਬਾਰੇ ਬਣੀ ਆ, ਪਹਿਲਾਂ ਚਾਂਦ ਜੀ ਹੁਣੀ ਪਹਿਲਾਂ ਕੀਰਤਨ ਹੁੰਦਾ ਰਿਹਾ ਉਹ ਸਹਿਜਧਾਰੀ ਪਾਕਿਸਤਾਨ ਦੇ ਜਿਹੜੇ ਸੀਗੇ ਸਾਡੇ ਪੁਰਖੇ ਲਾ ਲਓ ਕੀਰਤਨੀਏ ਜੀ, ਉਹ ਕੀਰਤਨ ਕਰਦੇ ਰਹੇ। ਪਰ ਜਦੋਂ ਦੀ ਇਹ ਮਰਿਆਦਾ ਹੈ ਕਿ ਸਹਿਜਧਾਰੀ ਕੀਰਤਨ ਨਹੀਂ ਕਰ ਸਕਦਾ, ਤੇ ਮੈਂ ਸਮਝਦਾ ਕਿ ਉਹ ਸ਼ੌਕੀਆ ਤੌਰ ਤੇ ਜਾਂ ਇਸ ਕਿੱਤੇ ਨੂੰ ਜੇ ਬਣਾਉਣਾ ਵਾ ਜੀ, ਨਹੀਂ ਬਣਾਉਣਾ ਵਾ, ਤੁਸੀਂ ਪ੍ਰੋਫੈਸ਼ਨਲ ਬਣਾਉਣਾ ਵਾ, ਤੇ ਫਿਰ ਤੇ ਦੇਖੋ ਉਸ ਸਕੂਲ ਵਿੱਚ ਉਹ ਜੇ ਉੱਥੇ ਉਹ ਚੰਗਾ ਲਗਾ ਦੇ, ਜਿੱਦਾਂ ਸਿੱਖਣ ਦੀ ਆਪਾਂ ਗੱਲ ਕਰਦੇ ਹਾਂ, ਉਹ ਸ਼ੌਕ ਨਾਲ ਤੁਸੀਂ ਜੀ ਸਦਕੇ ਸਿੱਖ ਸਕਦੇ ਹੋ। ਮੇਰਾ ਮਨ ਹੈ ਤੁਸੀਂ ਕਹੋਗੇ ਪਹਿਲਾਂ ਤਾਂ ਅਸੀਂ ਇੰਨੀ ਜੋਗੇ ਹੈ ਨਹੀਂ ਸੀ ਜੀ, ਜਦੋਂ ਦੇ ਅਸੀਂ ਇਸ ਕੀਰਤਨ ਦੇ ਵਿੱਚ ਪਏ ਆ। ਅੱਜ ਮਹਾਰਾਜ ਦਾ ਦਿੱਤਾ ਹੋਇਆ ਸੰਗਤਾਂ ਨੇ ਭਰਪੂਰ ਪਿਆਰ ਦਿੱਤਾ ਵਾ, ਅੱਜ ਵੀ ਦੇ ਰਹੀਆਂ ਨੇ, ਬਹੁਤ ਪੈਸਾ ਵੀ ਸਾਡੇ ਕੋਲ ਠੀਕ ਆ, ਅਸੀਂ ਬਹੁਤ ਚੰਗੇ ਆਪਣੇ ਕਿੱਤੇ ਵਿੱਚ ਬਹੁਤ ਮੁਹਾਰਤ ਵੀ ਹਾਸਲ ਹੈ, ਜੋ ਵੀ ਹੈ ਕੀਰਤਨ ਵੀ ਕਰਦੇ ਆ। ਅੱਜ ਅਸੀਂ ਕੁਛ ਮੈਂ ਜਗ੍ਹਾ ਵੀ ਲਈ ਆ, ਮੇਰਾ ਮਨ ਹੈ ਕਿ ਉੱਥੇ ਮੈਂ ਸੰਗੀਤ ਅਕੈਡਮੀ ਬਣਾਵਾਂ। ਉਹਦੇ ਵਿੱਚ ਕੀ ਹੈ, ਇਹ ਜ਼ਰੂਰੀ ਨਹੀਂ ਕਿ ਮੇਰਾ ਵੀ ਮੋਨਾ ਉੱਥੇ ਆਵੇ ਤੇ ਮੈਂ ਉਹਨੂੰ ਕੀਰਤਨ ਹੀ ਸਿਖਾਵਾਂਗਾ ਜਿੰਨੀ ਜੋਗਾ ਹੈਗਾ ਮੈਂ ਜਿੰਨਾ ਕੁ ਜਾਣਦਾ ਮੈਂ ਉਹਨਾਂ ਕੀਰਤਨ ਸਿਖਾਵਾਂਗਾ। ਤੇ ਮੇਰਾ ਇਹ ਵੀ ਮਨ ਹੈ ਕਿ ਮੈਂ ਜਿਹੜਾ ਕੋਈ ਗੀਤ ਸੰਗੀਤ ਵੀ ਸਿੱਖਣਾ ਚਾਹੁੰਦਾ ਹੈ, ਸ਼ਾਸਤਰੀ ਸੰਗੀਤ ਵੀ ਸਿੱਖਣਾ ਚਾਹੁੰਦਾ, ਉਹ ਵੀ ਸਿਖਾਵਾਂਗੇ। ਔਰ ਉਹਨਾਂ ਵਾਸਤੇ ਸਾਨੂੰ ਜੇ ਉਸਤਾਦਾਂ ਨੂੰ ਲਿਆ ਕੇ ਇਸ ਸ਼ੈਲੀ ਦੇ ਵਿੱਚ ਉਹਨਾਂ ਨੂੰ ਮਤਲਬ ਅਕੈਡਮੀ ਦੇ ਵਿੱਚ ਕੀਰਤਨ ਸਿਖਾਉਣਾ ਪਵੇ ਜਾਂ ਸੰਗੀਤ ਸਿਖਾਉਣਾ ਪਵੇ ਤਾਂ ਅਸੀਂ ਹਾਜ਼ਰ ਹਾਂ। ਤਾਂ ਮੇਰਾ ਮਨ ਹੈ ਤੋ ਸਤਿਗੁਰੂ ਜੀ ਉਹ ਪੂਰਾ ਕਰਨਗੇ। ਮੈਂ ਜਗ੍ਹਾ ਲਈ ਹੈ, ਉਹ ਹੌਲੀ ਹੌਲੀ ਬਣਾ ਰਹੇ ਹਾਂ ਅਸੀਂ, ਉਹ ਸੰਗੀਤ ਅਕੈਡਮੀ ਖੋਲਾਂਗੇ। ਚਲੋ ਖੈਰ, ਤੇ ਅਗਲੀ ਇੰਟਰਵਿਊ ਮੈਨੂੰ ਲੱਗਦਾ ਵੀ ਉੱਥੇ ਹੀ ਆਪਾਂ ਕਰਾਂਗੇ। ਜੀ ਜੀ, ਸਤਿਗੁਰੂ ਕਿਰਪਾ ਜੀ। ਤੇ ਖੈਰ ਦੋਸਤੋ, ਤੇ ਅੱਜ ਜਿਹੜੀ ਆਪਣੀ ਗੱਲਬਾਤ ਹੋ ਰਹੀ ਸੀ ਜਸਵੀਰ ਸਿੰਘ ਜੀ ਜਮਾਲਪੁਰੀ ਆਪਣੇ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਤੇ ਅੱਜ ਕੱਲ੍ਹ ਹਜ਼ੂਰੀ ਰਾਗੀ ਨੇ ਬ੍ਰਿਸਬੇਨ ਲੋਗਨ ਰੋਡ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਹੋਏ ਨੇ ਇੱਥੇ, ਤੇ ਇਹਨਾਂ ਦੀ ਰਿਸ਼ਤੇਦਾਰੀ ਦੇ ਵਿੱਚੋਂ ਸਨ ਸਰਦਾਰ ਨਿਰਮਲ ਸਿੰਘ ਜੀ। ਬੜਾ ਘਾਟਾ ਪਿਆ ਪੰਥ ਨੂੰ, ਤੇ ਉਹਨਾਂ ਦੇ ਬਾਰੇ ਆਪਾਂ ਗੱਲਬਾਤ ਅੱਜ ਕੀਤੀ ਸੀ, ਤੇ ਕੁਛ ਸਾਂਝਾਂ ਵੀ ਪਾਈਆਂ ਤੇ ਕੁਛ ਮਸਲੇ ਵੀ ਆਪਾਂ ਸਾਂਝੇ ਤੁਹਾਡੇ ਨਾਲ ਕੀਤੇ ਆ। ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਹੋ ਜਿਹਾ ਲੱਗਾ ਜ਼ਰੂਰ ਤੁਸੀਂ ਦੱਸਿਓ। ਪਰ ਜਾਂਦੇ ਜਾਂਦੇ ਭਾਈ ਸਾਹਿਬ ਇੱਕ ਸ਼ਬਦ ਤੁਸੀਂ ਜ਼ਰੂਰ ਇੱਥੇ ਗਾਇਨ ਕਰਕੇ ਜਾਣਾ, ਤੇ ਅਸੀਂ ਵੀ ਚਾਹਾਂਗੇ ਵੀ ਅਸੀਂ ਸਰਵਣ ਕਰੀਏ ਤੇ ਸਾਡੇ ਜਿਹੜੇ ਦਰਸ਼ਕ ਆ ਉਹ ਵੀ ਜ਼ਰੂਰ ਸਰਵਣ ਕਰਨ, ਤੇ ਉਸ ਤੋਂ ਬਾਅਦ ਆਪਾਂ ਪ੍ਰੋਗਰਾਮ ਤੋਂ ਰੁਕ ਸਕਦੇ। ਬਿਲਕੁਲ ਜੀ, ਮੇਰਾ ਆਪ ਚੈਨਲ ਦਾ ਤੁਹਾਡਾ ਸਾਰਿਆਂ ਦਾ ਧੰਨਵਾਦ। ਔਰ ਸ਼ਬਦ ਮੈਂ ਭਾਈ ਨਿਰਮਲ ਸਿੰਘ ਹੁਣਾਂ ਦੀ ਗੱਲ ਚੱਲ ਰਹੀ ਹੈ, ਕਹਿੰਦੇ ਕਿ ਜਿਨ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਜੋ ਅੱਜ ਚੱਲ ਰਿਹਾ, ਤੇ ਉਹ ਉਹਨਾਂ ਦਾ ਬਹੁਤ ਵੱਡਾ ਖਜ਼ਾਨਾ ਦੁਨੀਆ ਨੂੰ ਦਿੱਤਾ ਵਾ, ਸੰਗਤ ਨੂੰ ਦਿੱਤਾ ਹੈ। ਜਿਹੜਾ ਮਰਜ਼ੀ ਉਹਨਾਂ ਦੀਆਂ ਰੀਤਾਂ ਗਾਵੇ, ਉਹਨਾਂ ਦਾ ਗਾਏ ਹੋਏ ਸ਼ਬਦ ਦੁਬਾਰੇ ਗਾਣ। ਮੈਂ ਉਹਨਾਂ ਦਾ ਹੀ ਸ਼ਬਦ ਇਸ ਮੌਕੇ ਤੇ ਜੋ ਢੁਕਵਾਂ ਸ਼ਬਦ ਹੈ ਉਹਨਾਂ ਨੇ ਵੀ ਗਾਇਆ। ਭਾਈ ਬਲਬੀਰ ਸਿੰਘ ਉਹਨਾਂ ਦੇ ਜਿਹੜੇ ਸ਼੍ਰੋਮਣੀ ਰਾਗੀ ਸਾਡੇ ਚੜ੍ਹਾਈ ਕਰਕੇ ਗਏ ਨੇ, ਉਦੋਂ ਉਹਨਾਂ ਦੇ ਭੋਗ ਤੇ ਗਾਇਆ। ਮੈਂ ਉਹੀ ਸ਼ਬਦ ਉਹਨਾਂ ਦੀ ਰਚਨਾ ਤੋਂ ਗਾਇਆ ਹੋਇਆ ਆਪਣੀ ਆਵਾਜ਼ ਵਿੱਚ, ਮੈਂ ਆਪਣੇ ਲਹਿਜੇ ਵਿੱਚ, ਆਪਣੇ ਢੰਗ ਵਿੱਚ ਗਾਵਾਂਗਾ। ਉਹਨਾਂ ਵਰਗਾ ਤਾਂ ਨਹੀਂ ਗਾ ਸਕਦਾ, ਜਾਂ ਉਹਨਾਂ ਵਰਗੀ ਸੁਰ ਨਹੀਂ ਲੱਗ ਸਕਦੀ। ਉਹ ਉਹੀ ਸਨ, ਉਹ ਆਪਣੇ ਜਿੱਥੇ ਵੀ ਰਹਿਣ, ਜਿੱਥੇ ਵੀ ਗਏ ਨੇ, ਜੋ ਆਤਮਾ ਉਹਨਾਂ ਦੀ ਗਈ ਹੈ, ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਤੋ ਜਾਂਦਿਆਂ ਜਾਂਦਿਆਂ ਮੈਂ ਦੁਬਾਰੇ ਫਿਰ ਸਾਰੇ ਸੰਸਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਇਹ ਜੋ ਸ਼ਰਮਨਾਕ ਪ੍ਰਸ਼ਾਸਨ ਵੱਲੋਂ, ਡਾਕਟਰਾਂ ਵੱਲੋਂ, ਜਾਂ ਸ਼ਮਸ਼ਾਨ ਘਾਟ ਦੇ ਜਿਹੜੇ ਕਮੇਟੀ ਮੈਂਬਰ ਕੋਈ ਵੀ ਲਾਓ, ਕਿਸੇ ਨੇ ਵੀ ਨਾ ਕੀਤੀ ਹੈ, ਇਹੋ ਜਿਹਾ ਵਰਤੀਰਾ ਇਹੋ ਜਿਹੇ ਰਾਗੀ ਸਿੰਘ ਨਾਲ, ਇਹੋ ਜਿਹੀ ਸ਼ਖਸੀਅਤ ਨਾਲ ਦੁਬਾਰੇ ਨਾ ਹੋਵੇ। ਆਮ ਬੰਦੇ ਨਾਲ ਵੀ ਨਾ ਤੁਸੀਂ ਇਹੋ ਜਿਹਾ ਵਰਤੀਰਾ ਕਰੋ ਜੋ ਤੁਸੀਂ ਵਰਤੀਰਾ ਕੀਤਾ ਹੈ। ਸੋ ਮੈਂ ਇੰਨੇ ਲਫ਼ਜ਼ ਕਹਿ ਕੇ ਆਪ ਜੀ ਦਾ ਸ਼ੁਕਰਗੁਜ਼ਾਰ ਹਾਂ। ਸੰਗਤ ਦੇ ਚਰਨਾਂ ਵਿੱਚ ਬੇਨਤੀ ਕਿ ਸਾਰੇ ਭਾਈ ਕੀਰਤਨ ਦਾ ਆਨੰਦ ਮਾਣਿਆ ਕਰੋ, ਕੀਰਤਨ ਗੁਰਬਾਣੀ ਨਾਲ ਜੁੜੋ, ਬਾਣੀ ਬਾਣੇ ਨਾਲ ਜੁੜੋ। ਸੋ
ਇੰਨੀਆਂ ਗੱਲਾਂ ਕਹਿ ਕੇ ਮੈਂ ਖਿਮਾ ਦਾ ਤੇ ਜਾਚਕ ਤੁਹਾਡਾ ਬਹੁਤ ਬਹੁਤ ਧੰਨਵਾਦ ਸਰਦਾਰ ਜਸਵੀਰ ਸਿੰਘ ਜਮਾਲਪੁਰੀ ਜੀ। ਤੇ ਦੋਸਤੋ ਆਪਾਂ ਇਹਨਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ, ਕਾਫੀ ਭਾਵਕ ਇਹ ਇੰਟਰਵਿਊ ਸੀ ਸਰਦਾਰ ਨਿਰਮਲ ਸਿੰਘ ਹੁਣਾਂ ਦੀਆਂ ਵੀ ਆਪਾਂ ਗੱਲਾਂ ਕੀਤੀਆਂ ਜਿਹੜੇ ਕਿ ਆਪਾਂ ਨੂੰ ਵਿਛੋੜਾ ਦੇ ਚੁੱਕੇ ਆ। ਤੇ ਆਓ ਹੁਣ ਆਪਾਂ ਸਰਵਣ ਕਰਦੇ ਹਾਂ ਸਰਦਾਰ ਜਸਵੀਰ ਸਿੰਘ ਜਮਾਲਪੁਰੀ ਹੁਣਾਂ ਦੀ ਆਵਾਜ਼ ਦੇ ਵਿੱਚ ਇਹ ਸ਼ਬਦ।